हाँ जी, अस्सलाम वालेकुम जी। प्रेसिडेंट पीएमसी अरशद तकी साहब, वाइस प्रेसिडेंट पीएमसी अली रज़ा साहब ਤੇ ਦੀਗਰ ਜਿਹੜੇ ਵੀ ਮੈਂਬਰਾਨ ਸਨ ਡਿਸਪਲਿਨਰੀ ਕਮੇਟੀ ਦੇ, ਉਹਨਾਂ ਦੇ ਨਾਲ ਮੈਂ ਮੁਖਾਤਬ ਹਾਂ। ਅੱਜ ਬੜਾ ਹੀ ਪਿਆਰਾ ਮੌਸਮ ਹੈ ਸਿਡਨੀ ਦਾ, ਅਤੇ ਮੇਰੇ ਅੰਦਰ ਦਾ ਮੌਸਮ ਵੀ ਬੜਾ ਚੰਗਾ। ਅਤੇ ਦੋਨੋਂ ਮੌਸਮਾਂ ਤੋਂ ਮੈਂ फ़ायदा ਉਠਾਉਂਦੇ ਹੋਏ ਬੜੀਆਂ ਤਲਖ ਗੱਲਾਂ ਬੜੇ ਮਿੱਠੇ ਮਿੱਠੇ ਅੰਦਾਜ਼ 'ਚ ਕਰਨਾ ਚਾਹੁੰਦਾ। ਅਤੇ ਸਜ਼ਾ ਤਾਂ ਤੁਸੀਂ ਮੈਨੂੰ ਦੇ ਦਿੱਤੀ। ਮੇਰਾ ਜਿੰਨਾ ਨੁਕਸਾਨ ਹੋਣਾ ਸੀ ਉਹ ਹੋ ਗਿਆ। ਮੈਨੂੰ ਜ਼ਿਹਨੀ ਅਜ਼ੀਅਤ ਵੀ ਮਿਲ ਗਈ। ਮੈਂ ਆਪਣਾ ਜੌਬ ਤੋਂ ਵੀ ਮਹਿਰੂਮ ਰਿਹਾ 2-2.5 ਸਾਲ, ਅਤੇ ਫਾਈਨੈਂਸ ਦਾ ਵੀ ਲਾਸ ਹੋਇਆ। ਮੇਰਾ ਬਹੁਤ ਨੁਕਸਾਨ ਹੋਇਆ ਇਸ ਚੱਕਰ 'ਚ। ਲੇਕਿਨ ਬਹਰਹਾਲ ਮੈਂ ਇੱਥੇ ਰਹਿ ਕੇ ਇਹ ਸਿੱਖਿਆ ਹੈ ਗੋਰਿਆਂ ਤੋਂ ਕਿ ਇੱਥੇ ਜਦੋਂ ਵੀ ਕੋਈ ਬੁਰਾ ਇੰਸੀਡੈਂਟ ਹੋ ਜਾਂਦਾ ਹੈ ਅਤੇ ਉਹਦੇ ਬਾਅਦ ਉਹਨਾਂ ਦੀ ਡੀਬਰੀਫਿੰਗ ਕਰਦੇ ਨੇ, ਉਹਨੂੰ ਬਾਰ ਉਹਦੇ ਤੋਂ ਗੋ ਥਰੂ ਹੁੰਦੇ ਨੇ, ਅਤੇ ਉਹਦੇ ਤੋਂ ਆਇੰਦਾ ਦੇ ਫਿਊਚਰ ਵਾਸਤੇ ਉਹ SOPs ਬਣਾਉਂਦੇ ਨੇ, ਗਾਈਡਲਾਈਨਸ ਬਣਾਉਂਦੇ ਨੇ, ਅਤੇ ਉਸ ਤੋਂ ਸਬਕ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਈਵਨ ਕਿ ਇੱਥੇ ਥੋੜ੍ਹੇ ਦਿਨ ਪਹਿਲੇ ਇੱਕ ਸੀਟ ਬੈਲਟ ਜਿਹੜਾ ਸੀ ਉਹਦੇ ਵਿੱਚ ਕੋਈ ਨੁਕਸ ਸੀ, ਅਤੇ ਉਹ ਬੱਚੇ ਦਾ ਐਕਸੀਡੈਂਟ ਹੋ ਗਿਆ, ਅਤੇ ਉਹਦੇ ਮਾਂ ਪਿਓ ਜਿਹੜੇ ਨੇ ਉਹਨਾਂ ਨੇ ਦੁਬਾਰਾ ਉਹ ਸਾਰਾ ਕਿ ਕਿਵੇਂ ਬੈਲਟ ਹੋਣੀ ਚਾਹੀਦੀ, ਕਿਵੇਂ ਲਾਉਣੀ ਚਾਹੀਦੀ ਹੈ, ਅਤੇ ਉਹ ਪੂਰੀ ਇੱਕ ਤਹਿਰੀਕ ਚਲਾਈ ਹੈ ਇੱਥੇ। ਠੀਕ ਹੈ, ਇਸੇ ਤਰ੍ਹਾਂ ਮੁਖਤਲਿਫ ਚੱਲਦੀਆਂ ਰਹਿੰਦੀਆਂ। ਕਿਸੇ ਨੂੰ ਕੈਂਸਰ ਹੋ ਜਾਂਦਾ ਹੈ, ਅਤੇ ਜੇ ਅਗਰ ਉੱਥੇ ਤੋਂ ਕਿਉਰ ਹੋਵੇ ਨਾ, ਉਹ ਕਿਉਰ ਹੋਵੇ, ਅਤੇ ਉਹ ਉਹਦੇ ਆਪਣੀ ਜਾਇਦਾਦ ਤੱਕ ਡੈਡੀਕੇਟ ਕਰ ਦਿੰਦੇ ਨੇ ਉਸ ਕੈਂਸਰ ਦੀ ਡਾਇਗਨੋਸਿਸ ਦੇ ਲਈ ਜਾਂ ਉਹਦੇ ਅਵੇਅਰਨੈਸ ਪ੍ਰੋਗਰਾਮ ਦੇ ਲਈ। ਅਤੇ ਖੈਰ ਮੈਂ ਹਾਲੀ ਤੱਕ ਤਾਂ ਹੱਥ ਨਹੀਂ ਚੁੱਕੇ, ਮੈਂ ਗਿਵ ਅਪ ਨਹੀਂ ਕੀਤਾ। ਮੈਂ ਆਪਣੀ ਇਨੋਸੈਂਸ ਪ੍ਰੂਵ ਕਰਕੇ ਜਦੋਂ ਤੱਕ ਮੇਰੀ ਜਾਨ ਹੈ, ਜ਼ਿੰਦਗੀ ਅੱਲਾ ਮੀਆਂ ਨੇ ਮੈਨੂੰ ਦਿੱਤੀ ਹੈ, ਮੈਂ ਇਹਦੇ ਲਈ ਲੜਾਂਗਾ। ਠੀਕ ਹੈ, ਅਤੇ ਅੱਜ ਖੈਰ ਮੈਂ ਨਾ ਆਫ ਦੀ ਰਿਕਾਰਡ ਕੁਛ ਗੁਫ਼ਤਗੂ ਕਰਨਾ ਚਾਹੁੰਦਾ। ਅਤੇ ਪੁਰਾਣੇ ਜ਼ਮਾਨਿਆਂ 'ਚ ਬਾਦਸ਼ਾਹਾਂ ਦੇ ਸਾਹਮਣੇ ਉਹ ਜਾਂਦੇ ਸੀ ਅਤੇ ਕੋਈ ਗੱਲ ਕਰਦੇ ਸੀ, ਪਹਿਲੇ ਕਹਿੰਦੇ ਸੀ ਜਾਨ ਕੀ ਅਮਾਨ ਪਾऊँ। ਅਤੇ ਭਾਜੀ ਪ੍ਰੈਜ਼ੀਡੈਂਟ ਅਰਸ਼ਦ ਤਕੀ ਸਾਹਿਬ ਅਤੇ ਵਾਈਸ ਪ੍ਰੈਜ਼ੀਡੈਂਟ ਖਸੂਸਨ ਅਲੀ ਰਜ਼ਾ ਸਾਹਿਬ, ਕਿਉਂਕਿ ਮੈਨੂੰ ਇਹ ਪਤਾ ਚੱਲਿਆ ਕਿ ਮੇਨਲੀ ਤੁਸੀਂ ਆਲ ਇਨ ਆਲ ਹੋ ਇਸ PMDC ਦੇ, ਅਤੇ ਤੁਹਾਡੇ ਅੱਗੇ ਮੈਂ ਪਹਿਲੇ ਹੀ ਹੱਥ ਜੋੜ ਕੇ ਅਤੇ ਮਾफ़ੀ ਮੰਗ ਲੈਂਦਾ ਕਿ ਅਗਰ ਮੇਰੀਆਂ ਗੱਲਾਂ ਕੋਈ ਗੁਸਤਾਖਾਨਾ ਲੱਗਣ ਅਤੇ ਖੁਦਾ ਦੇ ਵਾਸਤੇ ਉਹਨੂੰ ਪਰਸਨਲ ਨਾ ਲੈਣਾ। ਮੇਰਾ ਮਕਸਦ ਸਿਰਫ ਤੁਹਾਨੂੰ ਇੱਕ ਇਨਸਾਈਟ ਦੇਣਾ, ਤੁਹਾਡੇ ਕੌਨਸ਼ੀਅਸ ਨੂੰ ਥੋੜ੍ਹਾ ਜਿਹਾ ਜਾਂ ਬ੍ਰੇਨ ਨੂੰ ਥੋੜ੍ਹਾ ਜਿਹਾ ਇੱਕ ਕਹਿ ਲਓ ਟ੍ਰਿਗਰ ਦੇਣਾ। ਠੀਕ ਹੈ, ਪਹਿਲੇ ਤਾਂ ਮੈਂ ਤੁਹਾਨੂੰ ਆਪਣਾ ਇੰਟਰੋਡਕਸ਼ਨ ਕਰਾ ਦੇਵਾਂ। ਮੈਂ ਕੋਈ ਆਮ ਮਾਮੂਲੀ ਜਿਹਾ ਡਾਕਟਰ ਨਹੀਂ ਸਾਂ ਪਾਕਿਸਤਾਨ 'ਚ, ਅਤੇ ਨਾ ਇੱਥੇ ਹੈ ਵਾ। ਠੀਕ ਹੈ, ਮੈਂ ਮੇਰਾ 30 ਸਾਲ ਦਾ ਮੈਡੀਸਨ ਦਾ ਤਜਰਬਾ ਹੈ, ਔਰ ਮੈਂ ਮੈਡੀਸਨ ਦੀ ਹਰ ਐਸਪੈਕਟ ਜਿਹੜੀ ਹੈ ਉਹਦੇ ਕੋਨੇ ਖੁਦਰੇ ਨਾਲ ਵਾਕਫ ਹਾਂ। ਠੀਕ ਹੈ, ਮੈਂ GP ਪ੍ਰੈਕਟਿਸ ਬਹੁਤ ਜ਼ਿਆਦਾ ਕੀਤੀ ਹੈ, ਮੈਂ ਪੈਰੀਫਰੀ 'ਚ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ। ਮੈਂ ਰੂਰਲ ਹੈਲਥ ਸੈਂਟਰ ਤੋਂ ਲੈ ਕੇ ਅਤੇ ਮਿਓ ਹੌਸਪੀਟਲ ਦੇ ਟਰਸ਼ਰੀ ਹਸਪੀਟਲ ਤੱਕ ਕੰਮ ਕੀਤਾ ਹੋਇਆ, ਅਤੇ ਮੈਂ ਪਾਕਿਸਤਾਨ ਦੇ ਮੁਆਸ਼ਰੇ ਨੂੰ ਅਤੇ ਸਭ ਚੀਜ਼ਾਂ ਨੂੰ ਬੜਾ ਕੀਨ ਓਬਜ਼ਰਵਰ ਹਾਂ। ਮੈਂ ਹਰ ਚੀਜ਼ ਨੂੰ ਮੈਂ ਸਮਝਦਾ, ਸੋਚਦਾ, ਮੈਂ ਦੇਖਦਾ। ਠੀਕ ਹੈ, ਅਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਮੈਂ ਕੋਈ ਇੰਨਾ ਬੇਵਕੂਫ ਆਦਮੀ ਨਹੀਂ ਸਾਂ ਕਿ ਇਸ ਮਸਲੇ ਨੂੰ ਇੰਨਾ ਲਿੰਗਰ ਔਨ ਕਰਦਾ ਅਤੇ ਇਹਦਾ ਮੈਂ ਇੰਨਾ ਜ਼ਿਆਦਾ ਆਪਣਾ ਨੁਕਸਾਨ ਕਰ ਜਾਂਦਾ। ਠੀਕ ਹੈ, ਮੇਰੇ ਲਈ ਇਹ ਬਹੁਤ ਆਸਾਨ ਸੀ ਕਿ ਅਗਰ ਮੈਂ ਗਿਲਟੀ ਹੁੰਦਾ ਅਤੇ ਤੁਹਾਡੇ ਪੰਜਾਬ ਹੈਲਥ ਕੇਅਰ ਕਮਿਸ਼ਨ ਦੇ ਉੱਤੇ ਹੀ ਆ ਕੇ, ਅਤੇ ਜੋ ਉੱਥੇ ਦਾ ਤਰੀਕਾਕਾਰ ਉਹ ਤੁਹਾਨੂੰ ਸਭ ਨੂੰ ਪਤਾ ਕਿ ਮੈਂ ਕੋਈ ਅਗਰ ਗਿਲਟੀ ਹੁੰਦਾ ਅਤੇ ਮੈਂ ਉੱਥੇ 5 ਲੱਖ 10 ਲੱਖ 15 ਲੱਖ 20 ਲੱਖ 25 ਲੱਖ ਤੱਕ ਕਰਕੇ ਅਤੇ ਇਹਨੂੰ ਸੈਟਲਮੈਂਟ ਕਰ ਜਾਂਦਾ। ਠੀਕ ਹੈ, ਚੀਜ਼ ਆਇਆ ਕਿ ਮੈਂ ਆਪਣਾ ਕਰੋੜਾਂ ਦਾ ਨੁਕਸਾਨ ਕਰਦਾ, ਆਪਣਾ ਸਾਲ ਹਾ ਸਾਲ ਘਰ ਬਹਿ ਕੇ ਫਰਸਟ੍ਰੇਟ ਹੁੰਦਾ। ਠੀਕ ਹੈ, ਅਤੇ ਬਹਰਹਾਲ ਇਹਨੂੰ ਮੈਂ ਇਸੇ ਤਰ੍ਹਾਂ ਲੈਂਦਾ ਕਿ ਇਹ ਇੱਕ ਸਰਕਮਸਟਾਂਸ਼ੀਅਲ ਸੀ, ਅਤੇ ਇਹ ਇੱਕ ਮੁਸ਼ਕਿਲ ਵਕਤ ਮੇਰੇ 'ਤੇ ਆਉਣਾ ਸੀ, ਔਰ ਇਸ ਮੁਸ਼ਕਿਲ ਵਕਤ ਨੇ ਮੈਨੂੰ ਵੀ ਅੱਛਾ ਖਾਸਾ ਝੰਜੋੜਿਆ, ਔਰ ਮੇਰੀ ਹਿਡਨ ਕੈਪੇਬਿਲਿਟੀਜ਼ ਜਿਹੜੀਆਂ ਉਹ ਉੱਭਰ ਕੇ ਸਾਹਮਣੇ ਆਈਆਂ। ਠੀਕ ਹੈ, ਮੈਂ ਇਹਨੂੰ ਪੋਜ਼ੀਟਿਵ ਸੈਂਸ 'ਚ ਹੀ ਲਿਆ ਰਹੀ ਹਾਂ। ਲੇਕਿਨ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਕੀ ਤੁਸੀਂ ਮੈਨੂੰ ਇੰਨਾ ਗਿਆ ਗੁਜ਼ਰਿਆ ਜਾਂ ਕੋਈ ਪਾਗਲ ਆਦਮੀ ਸਮਝਦੇ ਹੋ ਕਿ ਮੈਂ ਕਰੋੜਾਂ ਦਾ ਨੁਕਸਾਨ ਕਰ ਜਾਵਾਂ ਅਤੇ 5-10 ਲੱਖ ਰੁਪਇਆ ਪੰਜਾਬ ਹੈਲਥ ਕੇਅਰ ਕਮਿਸ਼ਨ 'ਚ ਆ ਕੇ ਅਤੇ ਉਹਦੇ ਨਾਲ ਸੈਟਲਮੈਂਟ ਨਾ ਕਰਦਾ? ਇਹ ਮੇਰਾ ਪਹਿਲਾ ਸਵਾਲ ਹੈ। ਦੂਜਾ ਸਵਾਲ ਇਹ ਵੀ ਹੈ ਕਿ ਸਰ ਜੀ ਤੁਸੀਂ ਇਹ ਜਿਹੜੀ ਮੈਨੂੰ ਸਜ਼ਾ ਦਿੱਤੀ ਹੈ ਉਹ ਇਸ ਲਈ ਕਿ ਮੈਂ ਤੁਹਾਨੂੰ ਆਪਣੇ ਸਰਜਰੀ ਦੇ ਨੋਟਸ ਨਹੀਂ ਦੇ ਸਕਿਆ, ਜਾਂ ਉਹ ਇਨਵੈਸਟੀਗੇਸ਼ਨਾਂ ਨਹੀਂ ਦੇ ਸਕਿਆ ਜਿਹੜੀਆਂ ਕਿ ਤੁਸੀਂ ਮੈਨੂੰ ਬਾਰ-ਬਾਰ ਕਹਿ ਰਹੇ ਹੋ ਹੈਪਾਟਾਈਟਸ C ਦੀ ਜੀ ਨਹੀਂ ਹੈਗੀ, ਅਤੇ ਅਲਟਰਾਸਾਊਂਡ ਨਹੀਂ ਹੈਗੇ, ਤੁਹਾਡੇ ਸਰਜਰੀ ਦੇ ਨੋਟਸ ਨਹੀਂ ਹੈ, ਤੁਸੀਂ ਫੋਰਜਰੀ ਕੀਤੀ। ਸਰ ਜੀ ਮੇਰੀ ਗੱਲ ਸੁਣੋ, ਮੈਂ ਤੈਨੂੰ ਪਹਿਲੇ ਦੱਸ ਰਿਹਾ ਕਿ 30 ਸਾਲ ਦਾ ਮੇਰਾ ਮੈਡੀਸਨ ਦਾ ਤਜਰਬਾ ਹੈ,
ਔਰ ਇਹ ਜਿੱਥੇ ਮੈਂ ਆਪਰੇਸ਼ਨ ਕੀਤਾ ਉਹ ਮੇਰਾ ਆਪਣਾ ਹਸਪੀਟਲ ਸੀ, ਠੀਕ ਹੈ। ਉਹਦੇ 'ਚ ਹਾਲੀ ਵੀ ਸਟੇਸ਼ਨਰੀ ਪਈ ਹੈ। ਮੈਂ ਹੁਣ ਵੀ ਜਾਵਾਂ ਤੇ ਮੈਂ ਉਹ ਸਾਰੀਆਂ ਤੁਹਾਨੂੰ ਹੈਪੇਟਾਈਟਸ ਸੀ ਦਾ ਰਿਜ਼ਲਟ ਵੀ ਪੋਜ਼ੀਟਿਵ ਕਰਕੇ ਦੇ ਦਿੰਦਾ ਬੈਕ ਡੇਟ ਤੋਂ। ਮੈਂ ਤੁਹਾਨੂੰ ਕੀ ਨਾਮ ਹੈ ਉਹਦੀ ਬਾਇਓਪਸੀ ਰਿਪੋਰਟ ਵੀ ਬਣਾ ਕੇ ਦੇ ਦਿੰਦਾ, ਹਿਸਟੋਪੈਥੋਲੋਜੀ ਦੀ ਰਿਪੋਰਟ ਵੀ ਬੈਕ ਡੇਟਾਂ ਤੋਂ। ਔਰ ਮੈਂ ਬੈਕ ਡੇਟਾਂ 'ਤੇ ਜਾ ਕੇ ਤੇ ਆਪਣਾ ਸਾਰਾ ਕੁਛ ਉਹ ਹਿਸਟਰੀ ਵੀ ਲਿਖ ਕੇ ਦੇ ਦਿੰਦਾ। ਔਰ ਤੁਸੀਂ ਬਿਲਕੁਲ ਉਹਨੂੰ ਚੈਲੰਜ ਨਹੀਂ ਕਰ ਪਾਓਗੇ, ਠੀਕ ਹੈ, ਅਗਰ ਮੈਂ ਕ੍ਰਿਮੀਨਲ ਮਾਈਂਡਡ ਹੁੰਦਾ। ਲੇਕਿਨ ਆਈ ਐਮ ਡੈਮ ਓਨੈਸਟ ਮੈਨ। ਮੇਰਾ 30 ਸਾਲ ਦਾ ਰਿਕਾਰਡ ਹੈ, ਮੈਨੂੰ ਸਾਰਾ ਮੈਂ ਹਸਪੀਟਲ ਜਾਣਦਾ, ਮੇਰੇ ਕੋਲੀਗਸ ਮੈਨੂੰ ਜਾਣਦੇ ਨੇ। ਉਹਦੇ ਬਾਅਦ ਮੈਂ 21 ਸਾਲ ਦੇ ਪੰਜਾਬ ਹੈਲਥ ਦੇ ਵਿੱਚ ਸਰਵਿਸ ਕੀਤੀ, ਉਹਦੇ 'ਚ ਮੇਰੀਆਂ 22 ACRs ਲੱਗੀਆਂ ਹੋਈਆਂ, ਠੀਕ ਹੈ। ਚਲੋ ਖੈਰ ਇਹ ਤਾਂ ਗੱਲਾਂ ਹੋ ਗਈਆਂ। ਦੂਜੀ ਗੱਲ ਮੈਂ ਰਿਫਲੈਕਸ਼ਨ ਚਾਹ ਰਿਹਾ, ਜਿਹੜੀ ਤੁਸੀਂ ਆਖਰੀ ਮੇਰੇ ਨਾਲ ਮੀਟਿੰਗ ਕੀਤੀ ਹੈ DC ਦੀ ਮੀਟਿੰਗ, ਦੈਟ ਵਾਜ਼ ਵੈਰੀ ਅਨਐਕਸਪੈਕਟਿਡ ਐਂਡ ਆਈ ਵਾਜ਼ ਟਰੈਵਲਿੰਗ from somewhere to somewhere, and I was very exhausted at that time, and I was informed within 2 hours before that you have to come on camera and explain yourself. ਤੇ ਚਲੋ ਖੈਰ ਜੋ ਵੀ ਸੀ ਉਹ ਮੇਰੀ ਮੈਂਟਲ ਕੰਡੀਸ਼ਨ ਉਸ ਟਾਈਮ ਜਾਂ ਜੋ ਵੀ ਹੈ, ਬਹਰਹਾਲ ਮੈਂ ਤਾਂ ਜੋ ਮੈਨੂੰ ਪਤਾ ਸੀ ਮੈਂ ਤੁਹਾਨੂੰ ਦੱਸਤਾ। ਲੇਕਿਨ ਮੈਂ ਕੁਛ ਰਿਫਲੈਕਸ਼ਨ ਇਹ ਚਾਹ ਰਿਹਾ ਕਿ ਮੈਨੂੰ ਇਹ ਦੱਸੋ ਕਿ ਤੁਸੀਂ ਪੈਨਲ ਦਾ ਮੇਰੇ ਨਾਲ ਇੰਟਰੋਡਕਸ਼ਨ ਨਹੀਂ ਕਰਾ ਰਹੇ। ਮੈਂ ਪੁੱਛਣਾ ਚਾਹ ਰਿਹਾ ਮੈਂ ਕਿਹਦੇ ਨਾਲ ਗੱਲ ਕਰ ਰਿਹਾ। नहीं जी डॉक्टर साहब आप बताएं आपसे जो सवाल किए जाते हैं। सर दुनिया के किसी खिते के विच इस तरह नहीं होंदी तज़हीक, ठीक है। तैनूं अपना इंट्रोडक्शन का पैनल कराना चाहिए सी कि जनाब मैं वाइस प्रेजिडेंट अली रज़ा साहब बोल रहे हैं, मेरे नाल ए फलां बंदा बैठा है, इस कैलीबर का आदमी है, ए फलां डॉक्टर साहब ने, ए एक्सपर्ट है। मैनूं हाली तक यह नहीं पता कि एक्सपर्ट किहड़ा सी उत्थे, ठीक है। तो तुसी सिर्फ पूरी जिहड़ी डिसिपलिनरी कमेटी की मीटिंग सिर्फ तुसी बोल रहे सो, बाकी किसी बंदे ने उहदे च नहीं बोलिया। वो कौन सन? वो ऑबजरवर सन, ਉਹ ਮੈਂਬਰ ਸਨ, ਉਹਨਾਂ ਨੂੰ ਇਸ ਕੇਸ ਦਾ ਪਤਾ ਸੀ। ਮੈਨੂੰ ਦੱਸੋ ਨਾ, ਕਿਉਂਕਿ ਤੁਹਾਡੇ ਸਾਰਿਆਂ ਦੇ ਸਿਗਨੇਚਰ ਨੇ। ਮੈਂ ਅਗਰ ਤੁਹਾਨੂੰ ਸਾਰਿਆਂ ਨੂੰ ਹੁਣ ਇੱਕ ਟਹਿਰੇ 'ਚ ਬੁਲਾ ਕੇ ਪੁੱਛਾਂ ਇਸ ਕੇਸ ਦਾ, ਤਾਂ ਮੈਂ ਪੂਰੇ ਇਤਮਾਦ ਨਾਲ ਕਹਿਣਾ ਕਿ ਤੁਹਾਨੂੰ ਇਸ ਕੇਸ ਦੀ ਅਲਫਬੇ ਦਾ ਵੀ ਨਹੀਂ ਪਤਾ। ਤੁਸੀਂ ਇਹ ਫਾਈਲਾਂ ਨੂੰ ਪੜ੍ਹਿਆ ਹੀ ਨਹੀਂ ਹੋਇਆ, ਠੀਕ ਹੈ। ਤੁਸੀਂ ਜਿਹੜੇ ਕੁਐਸਚਨਸ ਕਰ ਰਹੇ ਸੋ, ਆਈ ਵਾਜ਼ ਸਰਪ੍ਰਾਈਜ਼ਡ ਕਿ ਯਾਰ ਇਹ 2 ਸਾਲ ਬਾਅਦ ਮੈਨੂੰ ਫਿਰ ਉਹੀ ਸਵਾਲ ਪੁੱਛੀ ਜਾ ਰਹੇ ਨੇ ਕਿ ਇਹਨਾਂ ਨੇ ਫਾਈਲਾਂ ਨੂੰ ਨਹੀਂ ਦੇਖਿਆ ਹੋਇਆ, ठीक है। अच्छा, फिर मैं हैरान है कि मैनू नहीं पता मेरा किहड़ा केस मैनेजर है, मैनू नहीं पता कौन कोआर्डीनेट कर रहा है, ठीक है। ये मैनू बहुत ज़्यादा तशनगी महसूस हो रही है कि कोआर्डीनेटर जिहड़ा है वो जिहड़ी भी है खातून, मैं कोई मेरा ख्याल है 1000-2000 ईमेल लिखियां, उहदे च मैं बारहा रिक्वेस्ट की है कि यदि डैथ स्लिप जिहड़ी जे शेख जैद हॉस्पिटल की उहदा रिकॉर्ड मंगवाओ। इस लोगों ने दरम्यान का जिहड़ा पीरीयड है कोट ख्वाजा सईद का उन्होंने ओमिट किया। तुसी मेरी रिक्वेस्ट में सुनते ही नहीं पे, बुलाते ही नहीं पे। फिर मैं हैरान है कि तुसी पहली डिसिपलिनरी कमेटी च लिखा होया कि शेख जैद च नैगलीजेंस हुई है, वो MS नूं तुसी 3 दफ़ा बुलाया, वो आया ही नहीं है। तुसी मेरा अपना मैनू डिसीजन दे रहे हो डॉक्टर साहब का 2 साल का जिहड़ा वो सस्पेंड कर दिओ। ਉਹ ਸਰ ਜੀ ਮੈਂ ਕੋਈ ਆਮ ਡਾਕਟਰ ਹੈ, ਮੈਂ ਸਪੈਸ਼ਲਿਸਟ ਹਾਂ 25 ਸਾਲ ਦਾ, ਮੇਰੀ 30 ਸਾਲ ਟੋਟਲ ਉਹਦੀ ਆਪਣਾ ਜੌਬ ਹੈ। ਮੇਰੇ ਕੋਈ 18 ਜਾਂ 19 ਮੇਰੇ ਆਪਣੇ ਸ਼ਾਗਿਰਦ ਯੂਰੋਲੋਜਿਸਟ ਨੇ, ਮੈਂ ਸੁਪਰਵਾਈਜ਼ਰ ਹੈ ਯੂਰੋਲੋਜੀ ਦਾ, ਮੈਂ FCPS ਦਾ ਐਗਜ਼ਾਮੀਨਰ ਹੈ। ਤੁਸੀਂ ਮੈਨੂੰ ਇਸ ਤਰ੍ਹਾਂ ਬਿਹੇਵ ਕਰ ਰਹੇ ਹੋ ਜਿਵੇਂ ਮੈਂ ਕੋਈ ਟੈਰਰਿਸਟ ਹੈ ਜਾਂ ਮੈਂ ਕੋਈ ਮਰਡਰਰ ਹਾਂ। ਤੁਸੀਂ ਜਿਸ ਤਰ੍ਹਾਂ ਮੈਨੂੰ ਉਸ ਦਿਨ ਟਰੀਟ ਕੀਤਾ, ਦੈਟ ਵਾਜ਼ ਵੈਰੀ ਸਰਪ੍ਰਾਈਜ਼ਡ ਫॉर मी। ਦੁਨੀਆ ਦੇ ਕਿਸੇ ਖਿੱਤੇ ਨਾਲ ਦੇ ਵਿੱਚ ਇਸ ਤਰ੍ਹਾਂ ਤਾਂ ਨਹੀਂ ਕਿਸੇ ਨੂੰ ਮੁਖਾਤਬ ਕਰੀਦਾ। ਫਿਰ ਤੁਸੀਂ ਮੇਰੀ ਜਿਹੜੀ ਸਿਸਟਰ ਹੈ ਉਹ ਡੀਨ ਹੈ ਔਰ ਉਸਦੀ ਆਪਣਾ ਮੈਡੀਸਨ ਦੀ ਉਹਦੇ 'ਚ ਸੋਸ਼ਲ ਸਾਇੰਸਿਸ ਦੀ ਉਹਦੇ 'ਚ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਇਸਲਾਮਾਬਾਦ ਦੀ। ਤੁਸੀਂ ਜਿਸ ਤਰ੍ਹਾਂ ਉਹਨੂੰ ਕਿਹਾ ਕਿ ਕਮਰੇ 'ਚੋਂ ਨਿਕਲ ਜਾਓ। ਅੱਛਾ, ਫਿਰ ਜੇ ਉਹਨਾਂ ਨੂੰ ਛੱਡੋ, ਜਿਹੜੀ ਕੰਪਲੇਨੈਂਟ ਸੀ ਵਿਚਾਰੀ ਉਹ ਲੜਕੀ, ਮੈਨੂੰ ਨਹੀਂ ਪਤਾ ਕਿ ਉਹ ਕਿਉਂ ਹੈ ਮੇਰੇ ਪਿੱਛੇ ਲੱਗੀ ਹੋਈ ਹੈ, ਲੇਕਿਨ ਮੇਰੀ ਸਿੰਪੈਥੀ ਉਹਦੇ ਨਾਲ ਵੀ ਹੈ ਕਿ ਕਿਸੇ ਨੇ ਉਸ ਦੇ ਜ਼ਿਹਨ ਦੇ ਵਿੱਚ ਪਾ ਦਿੱਤਾ ਹੋਇਆ ਕਿ ਡਾਕਟਰ ਸਾਹਿਬ ਜਿਹੜਾ ਹੈ ਨਾ ਉਹ ਗਲਤ ਆਪਰੇਸ਼ਨ ਕਰਕੇ ਤੇਰੇ ਅੱਬੇ ਨੂੰ ਮਾਰ ਕੇ ਦੌੜ ਗਏ ਨੇ। ਜਾਂ ਤਾਂ ਆਈ ਡੋਂਟ ਨੋ ਕਿ ਉਹਦੇ 'ਚ ਕੋਈ ਫਾਈਨੈਂਸ਼ੀਅਲ ਮੈਟਰ ਦਾ ਇਨਵੋਲਵਮੈਂਟ ਹੈ ਜਾਂ ਵਾਕਈ ਉਹਦੇ ਬ੍ਰੇਨ ਦੇ ਵਿੱਚ ਹੈ ਇਨਗਰੇਵਡ ਹੈ ਕਿ ਉਹਦੇ ਨਾਲ ਜ਼ਿਆਦਤੀ ਹੋਈ ਹੈ। ਲੇਕਿਨ ਤੁਸੀਂ ਉਹਦੇ ਨਾਲ ਵੀ ਜ਼ਿਆਦਤੀ ਕੀਤੀ, ਤੁਸੀਂ ਉਹਨੂੰ ਇਸ ਤਰ੍ਹਾਂ ਟਰੀਟ ਕੀਤਾ ਕਿ ਉਹਦੇ ਹੱਥ ਤੋਂ ਪੇਪਰ ਡਿੱਗ ਪਏ ਵਿਚਾਰੀ ਤੋਂ। ਮੈਨੂੰ ਉਸ ਟਾਈਮ ਬੜਾ ਉਹਦੇ ਉੱਤੇ ਕੀ ਨਾਮ ਹੈ ਤਰਸ ਆਇਆ ਕਿ ਤੁਸੀਂ ਜਿਸ ਤਰ੍ਹਾਂ ਉਹਨੂੰ ਗੈਟ ਆਊਟ ਕੀਤਾ ਉਸ ਕਮਰੇ 'ਚੋਂ। ਅਗਰ ਮੇਰੀਆਂ ਗੱਲਾਂ ਤੁਹਾਨੂੰ ਗਲਤ ਲੱਗ ਰਹੀਆਂ ਤਾਂ ਆਪਣਾ ਰੀਵਿਜ਼ਿਟ ਕਰੋ
ਉਹ ਯਕੀਨਨ ਤੁਹਾਡੀ ਰਿਕਾਰਡਿੰਗ ਦੇ ਵਿੱਚ ਮੌਜੂਦ ਹੈ। ਠੀਕ ਹੈ, ਔਰ ਮੈਂ ਫਿਰ ਮਾफ़ੀ ਮੰਗ ਰਿਹਾ। ਮੇਰਾ ਮਕਸਦ ਤੁਹਾਡੀ ਤਸਦੀਕ ਕਰਨਾ ਜਾਂ ਤੁਹਾਨੂੰ ਕੋਈ ਉਹ ਕਰਨਾ ਨਹੀਂ ਹੈ। ਮੈਨੂੰ ਸਿਰਫ ਇਹ ਵੇ ਕਿ ਆਇੰਦਾ ਦੇ ਲਈ ਤੁਹਾਡੇ ਇਹ ਕਰੈਕਸ਼ਨਸ ਹੋ ਜਾਣ ਇਹਨਾਂ ਚੀਜ਼ਾਂ ਦੀਆਂ। ਠੀਕ ਹੈ, ਤੁਹਾਨੂੰ ਚਾਹੀਦਾ ਸੀ ਟੂ ਬਿਗਿਨ ਵਿਦ ਇੰਟਰੋਡਕਸ਼ਨ ਕਰਾਓ ਪੈਨਲ ਦਾ, ਮੈਨੂੰ ਪਤਾ ਹੋਵੇ ਮੈਂ ਕਿਹਦੇ ਨਾਲ ਮੁਖਾਤਬ ਹੈ, ਮੈਂ ਕਿਸ ਲੈਵਲ ਦੀ ਜਾ ਕੇ ਗੱਲ ਕਰਨੀ ਹੈ। ਠੀਕ ਹੈ, ਫਿਰ ਮੈਂ ਤੁਹਾਡੇ ਨਾਲ ਬੈਟ ਲਾਨਾ ਰਜ਼ਾ ਸਾਹਿਬ ਕਿ ਤੁਸੀਂ ਬਹੁਤ ਅੱਛੇ ਕਿਸਮ ਦੇ ਵਕੀਲ ਹੋਵੋਗੇ, ਜੱਜ ਹੋਵੋਗੇ, ਮੈਨੂੰ ਨਹੀਂ ਤੁਹਾਡਾ ਇੰਟਰੋਡਕਸ਼ਨ, ਲੇਕਿਨ ਤੁਸੀਂ ਮੈਡੀਕਲ ਤੋਂ ਨਾਬਲਦ ਹੋ। ਤੁਹਾਡੇ ਜਿਹੜੇ ਕੁਐਸਚਨ ਸਨ ਉਹਦੇ 'ਚੋਂ ਪਤਾ ਚੱਲ ਰਿਹਾ ਸੀ ਕਿ ਤੁਸੀਂ ਮੈਡੀਕਲ ਸਾਇੰਸ ਨੂੰ ਬਿਲਕੁਲ ਨਹੀਂ ਜਾਣਦੇ। ਤੁਸੀਂ ਮੈਨੂੰ ਸਵਾਲ ਕੀਤਾ ਜੀ ਤੁਸੀਂ ਤਾਂ ਯੂਰੋਲੋਜਿਸਟ ਸੀ ਅਤੇ ਥੀਏਟਰ ਤੁਸੀਂ ਗਾਇਨੋਕੋਲੋਜਿਸਟ ਨੂੰ ਦੇ ਗਏ, ਤੁਹਾਨੂੰ ਪਤਾ ਹੀ ਨਹੀਂ ਕਿ ਥੀਏਟਰ ਤੇ ਮਲਟੀਪਰਪਜ਼ ਹੁੰਦਾ, ਉੱਥੇ ਤੇ IENT ਗਾਇਨੀ ਔਪ ਸਾਰੇ ਆਪਰੇਸ਼ਨ ਹੁੰਦੇ ਨੇ। ਫਿਰ ਤੁਸੀਂ ਮੈਨੂੰ ਸਵਾਲ ਕੀਤਾ ਮੁਖਤਲਿਫ ਸਵਾਲ ਕੀਤੇ ਨੇ ਜਿਹੜੇ ਕਿ ਤੁਹਾਡੇ ਕਰਨ ਵਾਲੇ ਨਹੀਂ ਸੀ, ਉਹ ਸਪੈਸ਼ਲਿਸਟ ਦੇ ਕਰਨ ਵਾਲੇ ਸਨ। ਠੀਕ ਹੈ, ਕਿ ਜੀ ਉਹ TB ਦਾ ਤੁਹਾਨੂੰ ਕੀ ਪਤਾ ਸਰ? TB ਉਸ ਪੇਸ਼ੈਂਟ, ਉਹ ਜਿਹੜਾ ਪੇਸ਼ੈਂਟ ਹੈ ਉਹ 2 ਦਫਾ ਟਰਸ਼ਰੀ ਕੇਅਰ ਹਸਪੀਟਲ ਕੋਟ ਖਾਜਾ ਸਈਦ 'ਚ ਅਤੇ ਸ਼ੇਖ ਜ਼ੈਦ ਦੇ ਵਿੱਚ ਟਰੀਟਮੈਂਟ 'ਚ ਹੈ, ਉੱਥੇ ਉਹਨੂੰ TB ਦੀ ਟਰੀਟਮੈਂਟ ਮਿਲਦੀ ਪਈ ਹੈ। ਔਰ ਇਹ ਸਾਰੀ ਡਿਸਕਸ਼ਨ ਲਾਸਟ DC ਦੀ ਮੀਟਿੰਗ 'ਚ ਜਿਹੜੀ ਕੰਡਕਟ ਕਰਾਈ ਸੀ ਜਨਰਲ ਸਰਜਨ ਆਫ ਪਾਕਿਸਤਾਨ ਨੇ, ਉਹਦੇ 'ਚ ਇਹ ਡਿਸਕਸ ਹੋ ਚੁੱਕਿਆ ਸੀ। ਮੈਨੂੰ 100% ਸ਼ੋਰ ਹੈ ਮੈਂ ਤੁਹਾਨੂੰ ਵਿੰਡੋ ਪੀਰੀਅਡ ਦਾ ਨਹੀਂ ਪਤਾ, ਹੈਪਾਟਾਈਟਸ C ਦਾ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਡਾਇਗਨੋਸਿਸ BPH ਦਾ ਕਿਵੇਂ ਹੁੰਦਾ। ਤੁਸੀਂ ਕਹਿ ਰਹੇ ਹੋ ਕਿ ਆਪਣਾ ਖੈਰ ਮੈਂ ਤੁਹਾਨੂੰ ਦੱਸਦਾ ਹੁਣੇ ਕਿ ਤੁਹਾਨੂੰ ਇਹ ਨਹੀਂ ਪਤਾ ਕਿ BPH ਕੀ ਹੁੰਦਾ, ਤੁਹਾਨੂੰ ਇਹ ਨਹੀਂ ਪਤਾ TUR ਕੀ ਹੁੰਦਾ, ਤੁਹਾਨੂੰ ਇਹ ਨਹੀਂ ਪਤਾ ਬਲੈਡਰ ਪਰਫੋਰੇਸ਼ਨ ਕੀ ਹੁੰਦੀ ਹੈ, ਤੁਹਾਨੂੰ ਇਹ ਨਹੀਂ ਪਤਾ TUR ਦੀ ਕੰਪਲੀਕੇਸ਼ਨਸ ਕਿਹੜੀਆਂ ਨੇ, ਤੁਹਾਨੂੰ ਇਹ ਨਹੀਂ ਪਤਾ ਕਿ ਮੈਂ ਉਹਨੂੰ ਕਿਉਂ ਐਕਸਪਲੋਰ ਕੀਤਾ ਹੈ। ਅੱਛਾ ਤੁਸੀਂ ਕਨਸੈਂਟ ਦਾ ਬਾਰ-ਬਾਰ ਗੱਲ ਕਰ ਰਹੇ ਹੋ, 2 ਕਨਸੈਂਟ ਉਹਦੇ 'ਚ ਲੱਗੀਆਂ ਹੋਈਆਂ, ਤੁਸੀਂ ਕੀ ਨਾਮ ਹੈ ਆਪਣਾ ਰਿਕਾਰਡ ਨੂੰ ਦੇਖਿਆ ਹੀ ਨਹੀਂ ਹੈ, ਤੁਸੀਂ ਫਾਈਲਾਂ ਤੋਂ ਗੋ ਥਰੂ ਹੀ ਨਹੀਂ ਹੋਏ। ਤੁਹਾਨੂੰ ਉਹ 15 ਮਿੰਟ ਦੇ ਵਿੱਚ ਤੁਹਾਡਾ ਜਿਹੜੀ ਕੋਆਰਡੀਨੇਟਰ ਜਿਹਨੇ ਖੁਦ ਇਸ ਕੇਸ ਨੂੰ ਨਹੀਂ ਦੇਖਿਆ ਹੋਇਆ, ਠੀਕ ਹੈ, ਜਿਹੜੀ ਕਿ ਮੇਰਾ ਖਿਆਲ ਹੈ ਉਹਨੂੰ ਇੱਕ ਈਮੇਲ ਨਹੀਂ ਲਿਖਣੀ ਆਉਂਦੀ, ਕਿਉਂਕਿ ਮੈਂ ਹਜ਼ਾਰਾਂ ਈਮੇਲ ਕੀਤੀ ਹੈ ਔਰ ਜਿਹਦਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਇੱਕ ਈਮੇਲ ਆਈ ਹੈ ਕਿ ਡਾਕਟਰ ਸਾਹਿਬ ਆਪਣੇ ਕਲੀਨਿਕ ਦਾ ਜਿਹੜਾ ਰੈਂਟਲ ਡੀਡ ਉਹ ਭੇਜ ਦੇਵੋ, ਅਤੇ ਦੂਜੀ ਈਮੇਲ ਜਿਹੜਾ ਹੈ ਤੁਸੀਂ ਇਹ ਗਲੀਜ਼ ਕਿਸਮ ਦਾ ਮੇਰੇ 'ਤੇ ਇਲਜ਼ਾਮ ਲਾ ਕੇ ਅਤੇ ਮੈਨੂੰ ਸਜ਼ਾ ਦਿੱਤੀ ਹੈ। ਇਹ 2 ਈਮੇਲਾਂ ਦੇ ਇਲਾਵਾ PMC ਜੋ ਮੈਨੂੰ ਅੱਜ ਤੱਕ ਈਮੇਲ ਦਾ ਜਵਾਬ ਨਹੀਂ ਆਇਆ। ਯਾਨੀ ਕਿ ਉਹ ਖਾਤੂਨ ਜਿਹੜੀ ਕੋਆਰਡੀਨੇਟਰ ਹੈ ਜਾਂ ਜਿਹੜੀ ਵੀ ਕੇਸ ਮੈਨੇਜਰ ਹੈ ਉਹ ਤਾਂ ਈਮੇਲ ਲਿਖਣ ਦੇ ਕਾਬਲ ਨਹੀਂ ਹੈ, ਅਤੇ ਤੁਸੀਂ ਉਹਦੀ 5 ਮਿੰਟ ਦੀ ਗੁਫ਼ਤਗੂ ਸੁਣ ਕੇ ਅਤੇ ਮੇਰੇ ਖਿਲਾਫ ਡਿਸੀਜਨ ਦੇ ਰਹੇ ਹੋ। ਠੀਕ ਹੈ, ਤੁਸੀਂ ਇਸ ਕੇਸ ਨੂੰ ਮੈਂ ਖਲਫਨ ਮੈਂ ਮਕਸਦ ਕੌਨਫੀਡੈਂਟ ਹੈ ਕਿ ਤੁਸੀਂ ਇਸ ਕੇਸ ਨੂੰ ਮੁਕੰਮਲ ਨਹੀਂ ਪੜ੍ਹਿਆ ਹੋਇਆ, ਤੁਹਾਨੂੰ ਇਹਦੀ ਬਿਲਕੁਲ ਅਵੇਅਰਨੈਸ ਨਹੀਂ ਹੈ ਜਿਹਦਾ ਕਿ ਤੁਸੀਂ ਡਿਸੀਜਨ ਦੇਣ ਜਾ ਰਹੇ ਹੋ। ਠੀਕ ਹੈ, ਤੁਹਾਡੇ ਨਾਲ ਜਿਹੜੇ ਡਾਕਟਰ ਸਾਹਿਬ ਨੇ ਜਾਂ ਇਹ ਡਾਕਟਰ ਕੀ ਨਾਮ ਸੀ ਉਹ ਜਿਹੜਾ ਜਿਹਨੂੰ ਮੈਂ ਹੁਣੇ ਲਿਖੀ ਹੈ ਐਪਲੀਕੇਸ਼ਨ ਕਿ ਮੈਨੂੰ ਟ੍ਰਾਈਬਿਊਨਲ 'ਚ ਦਿੱਤਾ ਜਾਵੇ, ਡਾਕਟਰ ਬਿਨਿਸ਼, ਉਹਨਾਂ ਦਾ ਇਹ ਕੈਲੀਬਰ ਹੈ ਕਿ ਉਹਨਾਂ ਨੂੰ ਵਿੰਡੋ ਪੀਰੀਅਡ ਦਾ ਨਹੀਂ ਪਤਾ। ਠੀਕ ਹੈ, ਉਹਨਾਂ ਨੂੰ ਪ੍ਰੋਸਟੇਟ ਦੇ ਸਾਈਜ਼ ਕਿਵੇਂ ਕੈਲਕੂਲੇਟ ਕਰਦੇ ਨੇ ਅਤੇ ਉਹਦਾ ਕੀ ਇਫੈਕਟ ਹੁੰਦਾ ਹੈ ਅਤੇ ਕਿਉਂ ਡਾਕਟਰ ਨੇ TUR ਕੀਤਾ ਉਹਨਾਂ ਨੂੰ ਨਹੀਂ ਪਤਾ। ਔਰ ਮੇਰੀ ਜ਼ਿੰਦਗੀ ਦਾ ਉਹ ਲਮਹਾ ਜਿਹੜਾ ਮੈਂ ਡਾਕਟਰ ਬਿਨਿਸ਼ ਨੂੰ ਐਕਸਪਲੇਨ ਕਰ ਰਿਹਾ ਵਿੰਡੋ ਪੀਰੀਅਡ ਅਤੇ BP, ਮੈਂ ਮਕਸਦ ਇਤਨੀ ਕੁ ਬੇਬਸੀ ਔਰ ਇਤਨੀ ਕੁ ਇਨਸਲਟ ਮਹਿਸੂਸ ਕਰ ਰਿਹਾ ਕਿ ਮੈਂ ਜਿਹੜਾ ਸਪੈਸ਼ਲਿਸਟ ਹੈ ਜਿਹਦੇ 18-19 ਸ਼ਾਗਿਰਦ ਇਸ ਟਾਈਮ ਯੂਰੋਲੋਜਿਸਟ ਨੇ, ਉਹ ਆਪਣੀ ਇੱਕ ਆਮ ਜੀ ਖਾਤੂਨ, ਇੱਕ ਆਮ ਜੀ ਲੜਕੀ ਨੂੰ ਜਿਹੜੀ ਕਿਸੇ ਸਿਫਾਰਿਸ਼ ਦੇ ਉੱਤੇ ਉੱਥੇ ਲੱਗੀ ਹੋਏਗੀ, ਕੀ ਨਾਮ ਹੈ ਡਾਇਰੈਕਟਰ, ਉਸ ਨੂੰ ਮੈਂ ਐਕਸਪਲੇਨੇਸ਼ਨ ਦੇ ਰਿਹਾ ਕਿ BPH ਕੀ ਹੁੰਦਾ ਅਤੇ ਵਿੰਡੋ पीरियड की ਹੁੰਦਾ। वो मैंने कही जा रही है डॉक्टर साहब आप बताएं हेपेटाइटिस C की पॉजिटिव रिपोर्ट आपके पास है कि ਉਹ ਮੈਂ ਉਹਨੂੰ ਦੱਸ ਰਿਹਾ ਬੀਬੀ ਉਹ ਪੋਜ਼ੀਟਿਵ ਸੀ, ਉਹ ਦੇ ਨਹੀਂ ਰਹੀਆਂ, ਅਤੇ ਤੁਸੀਂ ਸਾਇੰਸ ਜਿਹੜੀ ਹੈ ਉਹਦੀ ਬੁਨਿਆਦ 'ਤੇ ਦੇਖੋ ਵਿੰਡੋ ਪੀਰੀਅਡ ਆਪਰੇਸ਼ਨ ਤੋਂ ਲੈ ਕੇ ਅਤੇ ਹੈਪੇਟਾਈਟਿਸ C ਦੀ ਜਿਹੜੀ ਤੁਹਾਡੇ ਕੋਲ ਪੋਜ਼ੀਟਿਵ ਰਿਪੋਰਟ ਹੈ ਉਹਦੇ 'ਚ 20 ਦਿਨ ਦਾ ਗੈਪ 'ਚ, ਅਤੇ ਉਹਦੇ 'ਚ 20 ਦਿਨ 'ਚ ਨਹੀਂ ਪੋਜ਼ੀਟਿਵ ਹੁੰਦਾ। ਅਤੇ ਉਹ ਮੈਨੂੰ ਆਪਕੇ ਪਾਸ ਰਿਪੋर्ट है डॉक्टर साहब तो आप दिखाए। ਮਕਸਦ ਉਹਨਾਂ ਦੀ ਸਾਇੰਸ ਦੀ ਮਾਂ ਸੌਰੀ ਸੈਂਸਰਡ। ਅੱਛਾ ਮੈਂ ਅੱਛਾ ਤੁਸੀਂ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਡਾਕਟਰ ਆਪਣਾ ਤੁਹਾਡਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਨਾ ਕਿ ਮੈਂ ਅਲੀ ਰਜ਼ਾ ਸਾਹਿਬ ਨਾਲ ਗੁਫ਼ਤਗੂ ਕਰ ਰਿਹਾ, ਮੈਨੂੰ ਬਾਅਦ 'ਚ ਹੁਣ ਪਤਾ ਚੱਲਿਆ। ਮੈਂ ਤੁਹਾਨੂੰ ਕਹਿ ਰਿਹਾ ਮੇਰੇ ਗ੍ਰੀਵੀਐਂਸਿਸ ਨੇ, ਮੈਨੂੰ ਸੁਣ ਲਵੋ। ਤੁਸੀਂ ਮੈਨੂੰ ਸ਼ਟਅਪ ਕਾਲ ਦੇਈ ਜਾ ਰਹੇ ਹੋ, ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ। ਤੁਸੀਂ ਕਿਸ ਤਰ੍ਹਾਂ ਇਨਸਾਫ ਕਰ ਸਕਦੇ ਹੋ ਕਿ ਜਦੋਂ ਡਿਫੈਂਡੈਂਟ ਨੂੰ ਤੁਸੀਂ ਡਿਫੈਂਸ ਦਾ ਮੌਕਾ ਹੀ ਨਹੀਂ ਦੇ ਰਹੇ ਅਤੇ ਤੁਸੀਂ ਕਿਵੇਂ ਕਰ ਰਹੇ ਹੋ ਕੀ ਨਾਮ ਹੈ ਆਪਣਾ ਜਜਮੈਂਟ ਪਾਸ ਕਰ ਰਹੇ ਹੋ ਔਰ ਡਿਸੀਜਨ ਦੇ ਰਹੇ ਹੋ। ਤੁਸੀਂ ਖੁਦਾ ਦੀ ਸੁਨਨਤ ਦੇ ਉੱਤੇ ਬੈਠੇ ਹੋਏ ਹੋ, ਤੁਹਾਨੂੰ ਅੱਲਾਹ ਤਾਲਾ ਨੇ ਇੱਕ ਮਰਤਬਾ ਦਿੱਤਾ, ਤੁਹਾਨੂੰ ਇੱਕ ਇੱਜ਼ਤ ਬਖਸ਼ੀ ਹੈ, ਅਤੇ ਉਹਦਾ ਇਸਤੇਮਾਲ ਜਿਹੜਾ ਹੈ ਉਹ ਇੰਨਾ ਭਿਆਨਕ ਤਾਂ ਨਾ ਕਰੋ ਕਿ ਲੋਕਾਂ ਦੀ ਤਜ਼ਲੀਲ ਤਹਿਕੀਰ ਕਰੋ।
ਉਹਨਾਂ ਨੂੰ ਸੁਣ ਲਵੋ, ਖੁਦਾ ਦਾ ਵਾਸਤਾ ਥੋੜ੍ਹਾ ਜਿਹਾ ਟਾਈਮ ਕੱਢ ਲਵੋ, ਥੋੜ੍ਹਾ ਜਿਹਾ ਆਪਣੇ ਕੀਮਤੀ ਵਕਤ ਨੂੰ ਤੁਸੀਂ ਇਹਦੇ ਵਾਸਤੇ ਦੇ ਦਿਓ। ਮੇਰੇ ਖਿਆਲ 'ਚ ਤੇ ਇਹ ਜਿਹੜੇ ਪ੍ਰਾਈਵੇਟ ਕਾਲਜਾਂ ਨੂੰ ਤੁਸੀਂ ਉਹ ਵੈਟ ਕਰਦੇ ਫਿਰ ਰਹੇ ਹੋ, ਉਸ ਤੋਂ ਜ਼ਿਆਦਾ ਇੰਪੋਰਟੈਂਟ ਸੀ ਕਿ ਇੱਕ ਸੀਨੀਅਰ ਡਾਕਟਰ ਜਿਹੜਾ ਓਵਰਸੀਜ਼ 'ਚ ਬੈਠਾ ਉਹ ਡਿਫੈਂਸਲੈਸ ਫੀਲ ਕਰ ਰਿਹਾ, ਤੁਸੀਂ ਉਹਦੀ ਮਦਦ ਕਰੋ, ਉਹਨੂੰ ਸੁਣ ਲਵੋ, ਥੋੜ੍ਹਾ ਜਿਹਾ ਟਾਈਮ ਉਹਨੂੰ ਦੇ ਦਿਓ। ਠੀਕ ਹੈ ਸਰ, ਮੇਰੀਆਂ ਗੱਲਾਂ ਤਲਖ ਨੇ, ਲੇਕਿਨ ਮੈਂ ਜਿਹੜਾ ਹੈ ਸੱਚ ਬੋਲ ਰਿਹਾ, ਮੈਂ ਬੜੇ ਦਿਲੋਂ ਗੱਲਾਂ ਕਰਦਾ ਪਿਆ। ਅੱਛਾ, ਫਿਰ ਹਾਂ, ਮੈਨੂੰ ਬੜਾ ਦੁੱਖ ਹੈ ਉਹ ਜਿਹੜੇ ਵੀ ਸਪੈਸ਼ਲਿਸਟ ਸਾਹਿਬ ਆਏ ਸਨ ਯੂਰੋਲੋਜੀ ਦੇ, ਉਹਨਾਂ ਨੇ ਆਪਣਾ, ਮੈਨੂੰ ਨਹੀਂ ਉਹਨਾਂ ਦਾ ਨਾਮ ਨਹੀਂ ਯਾਦ ਆ ਰਿਹਾ, ਅਤੇ ਮੈਂ ਉਹਨਾਂ ਦੀ ਬਲਕਿ ਕੰਟੈਕਟ ਚਾਹਾਂਗਾ ਤੁਹਾਨੂੰ ਕਿ ਉਹਨਾਂ ਦੀ ਈਮੇਲ ਜਾਂ ਉਹਨਾਂ ਦੇ ਕੰਟੈਕਟ ਦੇਵੋ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਤੁਸੀਂ ਤਾਂ ਇਹ ਸਾਰਾ ਡਿਸੀਜਨ ਕੀਤਾ ਸੀ ਪਿਛਲੀ ਦਫਾ ਕਿ ਹੈਪਾਟਾਈਟਸ ਸੀ ਦਾ ਤੁਸੀਂ ਕਿਹਾ ਸੀ ਕਿ ਨਹੀਂ, ਇਹ ਨਹੀਂ ਹੋ ਸਕਦਾ ਇਸ ਤਰ੍ਹਾਂ ਇੰਨੇ ਦੀ ਡਿਊਰੇਸ਼ਨ 'ਚ ਪੋਜ਼ੀਟਿਵ, ਤੁਸੀਂ ਉਹਦੇ 'ਚ ਦੱਸ ਕੇ ਗਏ ਸੋ ਕਿ ਹਾਂ ਇਹ ਪੇਸ਼ੈਂਟ ਜਿਹੜਾ ਹੈ ਟੀਬੀ ਦੇ ਉੱਤੇ ਵਿੱਚ ਟੀਬੀ ਦੀ ਹੁਣ ਟੀਬੀ ATT ਸੀ ਅਤੇ ਇਹਦੀ ਡੈਥ ਦਾ ਕੋਈ ਰਿਲੇਸ਼ਨ ਨਹੀਂ ਹੈ TUR ਦੇ ਨਾਲ। ਅਤੇ ਹੁਣ ਤੁਹਾਡੇ ਸਾਈਨ ਵੀ ਨਹੀਂ ਹੈ ਜਿਹੜੀਆਂ ਫਾਈਂਡਿੰਗ ਦੇ ਤੁਸੀਂ ਮੇਰੇ ਖਿਲਾਫ ਬਣਾਈਆਂ ਅਤੇ ਡਿਸੀਜਨ ਦਿੱਤਾ ਹੈ, ਉਹਦੇ ਵਿੱਚ ਤੁਸੀਂ ਫਿਰ ਲਿਖੀ ਜਾ ਰਹੇ ਹੋ ਹੈਪਾटाइटिस सी गलत था, ATT नहीं थी, पेशेंट को कंसेंट फॉर्म नहीं लिए हुए थे, ਜਿਹੜਾ ਕਿ ਸਾਰਾ ਮੌਜੂਦ ਹੈ ਔਰ ਇਹ ਸਾਰਾ ਡਿਸਕਸ ਹੋ ਚੁੱਕਿਆ ਪੁਰਾਣੀ ਮੀਟਿੰਗ 'ਤੇ। ਮੈਂ ਤੁਹਾਡੇ ਸਿਗਨੇਚਰ ਚਾਹੁੰਦਾ ਇਹਨਾਂ ਫਾਈਂਡਿੰਗ ਦੇ ਉੱਤੇ ਐਕਸਪਰਟ 'ਤੇ। ਫਿਰ ਮੈਂ ਆਪਣਾ ਫਿਰ ਉਹ ਕੋਈ ਗੱਲ, ਅਲੀ ਰਜ਼ਾ ਸਾਹਿਬ ਤੁਸੀਂ ਅਕਲੇ ਕੁਲ ਨਹੀਂ ਹੋ, ਤੁਸੀਂ ਬਹੁਤ ਅੱਛੇ ਵਕੀਲ ਹੋਵੋਗੇ, ਜੱਜ ਹੋਵੋਗੇ, ਤੁਹਾਨੂੰ ਮੈਡੀਕਲ ਸਾਇੰਸ ਦਾ ਨਹੀਂ ਪਤਾ, ਤੁਸੀਂ ਆਪਣੇ ਏਰੀਏ ਦੇ ਵਿੱਚ ਰਹਿ ਕੇ ਤੁਸੀਂ ਬਾਕੀਆਂ ਨੂੰ ਡਿਸਕਸ਼ਨ ਕਰਨ ਦਿੰਦੇ, ਉਹਨੂੰ ਵਿਜੀਲੈਂਟਲੀ ਸੁਣਦੇ ਔਰ ਡਿਸੀਜਨ ਦਿੰਦੇ। ਇਹ ਤਾਂ ਐਕਸਪਰਟ ਦਾ ਕੰਮ ਸੀ ਮੇਰੇ ਨਾਲ ਆਰਗੂ ਕਰਨਾ, ਅਤੇ ਉਹ ਐਕਸਪਰਟ ਸਾਹਿਬ ਜਿਹੜੇ ਨੇ ਉਹ ਸਾਇਲੈਂਟ ਬੈਠੇ ਰਹੇ ਨੇ। ਇਹ ਤਾਂ ਉਹੀ ਹੈ ਕਿ ਉਹ ਬਾਰ-ਬਾਰ ਅੱਜ ਕੱਲ੍ਹ ਅਖਬਾਰਾਂ 'ਚ ਆ ਰਿਹਾ, ਖਬਰਾਂ 'ਚ ਆ ਰਿਹਾ ਕਿ ਜਿਹੜੇ ਆਰਮੀ ਵਾਲੇ ਨੇ ਉਹ ਸਿਵਲੀਅਨ ਮਾਮਲਾ 'ਚ ਨਾ ਦਖਲ ਦੇਣ, ਅਤੇ ਉਹ ਜਿੱਥੇ ਨਹੀਂ ਦਖਲ ਦੇਣਾ ਉੱਥੇ ਦਿੰਦੇ ਨੇ, ਅਤੇ ਜਿੱਥੇ ਹੁਣ ਦਖਲ ਦੇਣਾ ਚਾਹੀਦਾ ਸੀ ਉੱਥੇ ਉਹ ਚੁੱਪ ਕਰਕੇ ਬੈਠੇ ਹੋਏ ਨੇ। ਉਹਨਾਂ ਦਾ ਕੰਮ ਸੀ ਬੋਲਦੇ ਕਿ ਬਈ ਇਹ ਡਾਕਟਰ ਯੂਨਸ ਜਿਹੜਾ ਹੈ ਇਹਦਾ ਮੈਂ ਕੇਸ ਪਿਛਲੀ ਦਫਾ ਵੀ ਡਿਸਕਸ ਕਰ ਲਿਆ, ਮੈਂ ਪੂਰਾ ਮੈਡੀਕਲ ਰਿਕਾਰਡ ਨੂੰ ਗੋ ਥਰੂ ਹੋਇਆ ਅਤੇ ਉਹਦੇ ਵਿੱਚ ਜਿਹੜਾ ਹੈ ਉਹ ਪੇਸ਼ੈਂਟ ਜਿਹੜਾ ਉਹ TB ਦੇ ਵਿੱਚ ਮੁਬਤਲਾ ਸੀ, ਉਹ ਆਖਰੀ ਦਿਨਾਂ ਦੇ ਵਿੱਚ ਉਹ ਕੀ ਨਾਮ ਹੈ ATT ਦੇ ਵਿੱਚ ਸੀ, ਕੋਟ ਖਾਜਾ ਸਈ 'ਚ ਵੀ ਅਤੇ ਸ਼ੇਖ ਜ਼ੈਦ 'ਚ ਵੀ। ਉਹਦਾ ਹੈਪਾटाइटिस C ਜਿਹੜਾ ਉਹ ਆਪਰੇਸ਼ਨ ਤੋਂ ਪਹਿਲਾਂ ਹੀ ਪੋਜ਼ੀਟਿਵ ਸੀ, ਇਹ ਸਾਇੰਟੀਫਿਕਲੀ ਡਾਕੂਮੈਂਟਡ ਹੈ। ਉਹਦੇ ਡਾਕਟਰ ਯੂਨਸ ਨੇ ਕੰਸੈਂਟ ਲਈ ਹੋਈ ਹੈ, ਕੰਸੈਂਟਾਂ ਦੇ ਉਹਦੇ ਵਿੱਚ ਮੌਜੂਦ ਨੇ। ਫਿਰ ਉਹੀ ਗੱਲ, ਹਾਂ ਇਹਦੇ 'ਚ ਮੈਂ ਹੁਣ ਇੱਕ ਬੜੀ ਮਜ਼ੇਦਾਰ ਗੱਲ ਹੈ ਕਿ ਬਈ ਉੱਥੇ ਤੁਸੀਂ ਪੇਪਰ ਬੇਸਡ ਰਿਕਾਰਡ ਰੱਖਦੇ ਹੋ, ਤੁਹਾਡਾ ਰਿਕਾਰਡ ਕੰਪਿਊਟਰਾਈਜ਼ਡ ਨਹੀਂ ਹੈ, ਜਿਹੜਾ ਮੈਂ ਇੱਥੇ ਆ ਕੇ ਹੁਣ ਸਿੱਖਿਆ ਕਿ ਰਿਕਾਰਡ ਕੀਪਿੰਗ ਕਿਵੇਂ ਰੱਖਦੇ ਨੇ ਕੰਪਿਊਟਰ ਦੇ ਵਿੱਚ, ਔਰ ਇਹਨਾਂ ਦੇ ਕੋਲ ਤਾਂ ਸਾਲ ਦਾ ਰਿਕਾਰਡ ਮੌਜੂਦ ਹੈ। ਸਾਡੇ ਉੱਥੇ ਪੇਪਰਾਂ ਦੇ ਉੱਤੇ ਰਿਕਾਰਡ ਹੁੰਦਾ ਔਰ ਅਕਸਰ ਉਹ ਪੇਪਰ ਜਿਹੜੇ ਨੇ ਇੱਧਰ ਉੱਧਰ ਹੋ ਜਾਂਦੇ ਨੇ, ਤੁਹਾਡੇ ਈਵਨ ਟਰਸ਼ਰੀ ਕੇਅਰ ਹੌਸਪੀਟਲ ਦੇ ਬਾਜ਼ੂਕਾਤ ਰਿਕਾਰਡ ਨਹੀਂ ਮਿਲ ਰਹੇ ਹੁੰਦੇ। ਠੀਕ ਹੈ, ਅਤੇ ਤੁਸੀਂ ਮੈਨੂੰ ਮੈਂ ਤੁਹਾਡੇ ਤੋਂ ਚਾਹਾਂਗਾ ਕਿ ਮੈਨੂੰ ਦੱਸੋ ਕਿ ਕਿੱਥੇ ਗਾਈਡਲਾਈਨ ਤੁਸੀਂ ਲਿਖੀਆਂ ਹੋਈਆਂ, ਕਿਹਦੀ ਬੁਨਿਆਦ ਦੇ ਉੱਤੇ ਤੁਸੀਂ ਮੈਨੂੰ ਇਹ ਜਿਹੜਾ ਦੇ ਰਹੇ ਹੋ। ਤੁਹਾਡੀਆਂ ਗਾਈਡਲਾਈਨ ਦੇ ਮੁਤਾਬਕ ਇੱਕ ਡਾਕਟਰ ਨੂੰ ਕਿੰਨੇ ਅਰਸੇ ਤੱਕ ਰਿਕਾਰਡ ਰੱਖਣਾ ਚਾਹੀਦਾ, ਕਿਉਂਕਿ ਇਸ ਕੇਸ ਦੇ ਵਿੱਚ 1.5 ਸਾਲ ਬਾਅਦ ਜਿਹੜੀ ਉਹ ਕੰਪਲੇਨੈਂਟ ਆਈ ਹੈ ਉੱਥੇ ਕੀ ਨਾਮ ਹੈ ਪੰਜਾਬ ਹੈਲਥ ਕੇਅਰ ਕਮਿਸ਼ਨ 'ਚ, ਅਤੇ PMDC 'ਚ 4 ਸਾਲ ਬਾਅਦ ਆਈ ਹੈ। ਅਤੇ ਮੈਨੂੰ ਦੱਸੋ ਕਿ ਡਾਕਟਰ ਦਾ ਰਿਕਾਰਡ ਕਦੋਂ ਤੱਕ ਹੋਣਾ ਚਾਹੀਦਾ, ਨੰਬਰ 1 ਗੱਲ। ਨੰਬਰ 2 ਗੱਲ ਕਿ ਕੰਪਲੇਨੈਂਟ ਡਾਕਟਰ ਦੇ ਖਿਲਾਫ ਕਿੰਨੇ ਅਰਸੇ 'ਚ ਕੰਪਲੇਨ ਕਰ ਸਕਦਾ, ਮੈਨੂੰ ਇਹ ਵੀ ਦੱਸੋ। SOP ਯਾਨੀ ਕਿ ਤੁਸੀਂ ਤਾਂ ਲੀਗਲ ਦੇ ਮਾਹਿਰ ਹੋ ਨਾ, ਅਤੇ ਇਹਨਾਂ ਗੱਲਾਂ ਦੇ ਉੱਤੇ ਤੇ ਆਓ ਨਾ। ਮੈਡੀਸਨ ਨੂੰ ਤਾਂ ਦੱਸੋ, ਦੇ ਦਿਓ ਐਕਸਪਰਟ ਨੂੰ, ਕੰਸੈਂਟ ਜਿਹੜਾ ਉਹ ਐਕਸਪਰਟ ਡਿਸਾਈਡ ਕਰੇ ਕਿ ਮੈਂ ਲਈ ਕਿ ਨਹੀਂ, ATT ਦਾ ਐਕਸਪਰਟ ਡਿਸਾਈਡ ਕਰੇ ਕਿ ਉਹ ਪੇਸ਼ੈਂਟ ਨੂੰ TB ਸੀ ਕਿ ਨਹੀਂ ਸੀ, ਹੈਪਾटाइटिस C ਦਾ ਐਕਸਪਰਟ ਡਿਸਾਈਡ ਕਰੇ। ਤੁਸੀਂ ਮੈਨੂੰ ਇਹ ਦੱਸੋ ਕਿ ਕਿੱਥੇ ਲਿਖਿਆ ਹੋਇਆ ਹੈ ਕਿ ਡਾਕਟਰ ਨੂੰ ਰਿਕਾਰਡ ਕਿੰਨੇ ਅਰਸੇ ਤੱਕ ਰੱਖਣਾ ਚਾਹੀਦਾ, ਕਿੱਥੇ ਲਿਖਿਆ ਹੋਇਆ ਹੈ ਕਿ ਜਿਹੜਾ ਆਪਣਾ ਡਾਕਟਰ ਦੇ ਖਿਲਾਫ ਸ਼ਿਕਾਇਤ ਹੈ ਉਹ ਕਿੰਨੇ ਅਰਸੇ 'ਚ ਆਉਣੀ ਚਾਹੀਦੀ, ਮੈਨੂੰ ਇਹ ਦੱਸੋ। ਠੀਕ ਹੈ, ਅੱਛਾ ਫਿਰ ਜਿਹੜਾ ਆਪਣਾ ਕੀ ਨਾਮ ਹੈ ਅੱਛਾ ਮੈਂ ਇਹ ਵੀ ਚਾਹਾਂਗਾ ਕਿ ਮੈਨੂੰ ਇਹ ਡਾਟਾ ਦੇਵੋ ਕਿ ਪੰਜਾਬ ਹੈਲਥ ਕੇਅਰ ਕਮਿਸ਼ਨ 'ਚ ਅੱਜ ਤੱਕ ਕਿੰਨੀਆਂ ਕੰਪਲੇਂਟਸ ਆਈਆਂ ਨੇ ਔਰ ਉਹ ਕਿਸ ਤਰ੍ਹਾਂ ਸੈਟਲ ਕੀਤੀਆਂ ਗਈਆਂ। ਠੀਕ ਹੈ, ਉਹਦੇ 'ਚ ਕਿੰਨੇ ਡਾਕਟਰ ਗਿਲਟੀ ਸਨ ਅਤੇ ਕਿੰਨੇ ਕੰਪਲੇਨੈਂਟ ਗਲਤ ਸਨ। ਠੀਕ ਹੈ, ਮੈਨੂੰ ਇਹਦਾ ਵੀ ਰਿਕਾਰਡ ਡਾਟਾ ਦੇਵੋ ਜ਼ਰਾ ਆਪਣਾ PMC ਦਾ, ਕਿ ਇਹਦੇ ਵਿੱਚ ਅੱਜ ਤੱਕ ਕਿੰਨੀਆਂ ਦਰਖਾਸਤਾਂ ਆਈਆਂ, ਕਿੰਨੇ ਡਾਕਟਰ ਗਿਲਟੀ ਸਨ ਅਤੇ ਕਿੰਨੇ ਡਾਕਟਰਾਂ ਦੇ ਖਿਲਾਫ ਲੋਕਾਂ ਨੇ ਕੀ ਨਾਮ ਹੈ ਗਲਤ ਮੁਕੱਦਮੇ ਕੀਤੇ ਨੇ। ਠੀਕ ਹੈ, ਅੱਛਾ ਇਹਦੇ ਵਿੱਚ ਫੋਰਜਰੀ ਹੋਈ ਹੈ, ਉਸ ਪੇਸ਼ੈਂਟ ਨੇ ਕੋਟ ਖਾਜਾ ਸਈਦ ਦਾ ਰਿਕਾਰਡ ਗਾਇਬ ਕੀਤਾ ਹੋਇਆ, ਕੋਟ ਖਾਜਾ ਸਈਦ ਦਾ ਰਿਕਾਰਡ ਤੁਸੀਂ ਨਹੀਂ ਮੰਗਵਾ ਰਹੇ, ਉਹ ਡਾਇਰੈਕਟ ਲਿੰਕ ਕਰ ਰਹੀ ਹੈ TUR ਦੀ ਕੰਪਲੀਕੇਸ਼ਨ ਨੂੰ ਟੂ ਦੀ ਡੈਥ ਆਫ ਪੇਸ਼ੈਂਟ, ਤੁਸੀਂ ਉਸ ਪੁਆਇੰਟ ਨੂੰ ਲੈ ਹੀ ਨਹੀਂ ਰਹੇ। ਮੈਂ ਕਿੱਥੇ ਜਾਵਾਂ, ਮੈਂ ਕਿਹਨੂੰ ਜਾ ਕੇ ਟੱਕਰਾਂ ਮਾਰਾਂ।
ਠੀਕ ਹੈ, ਮੈਨੂੰ ਦੱਸ ਦਿਓ ਜ਼ਰਾ। ਅੱਛਾ, ਹੁਣ ਮੈਂ ਕਹਿ ਰਿਹਾ ਕਿ ਮੈਨੂੰ ਮੈਡੀਕਲ ਟ੍ਰਾਈਬਿਊਨਲ 'ਚ ਜਾਣ ਦੇ ਦਿਓ, ਅਤੇ ਤੁਸੀਂ ਕਹਿ ਰਹੇ ਹੋ ਕਿ ਮੈਡੀਕਲ ਟ੍ਰਾਈਬਿਊਨਲ ਐਗਜ਼ਿਸਟ ਨਹੀਂ ਕਰ ਰਿਹਾ, ਮੈਂ ਕਿੱਥੇ ਜਾਵਾਂ? ਮੈਂ ਤੁਹਾਨੂੰ ਫਿਰ ਅਲੀ ਰਜ਼ਾ ਸਾਹਿਬ ਦਰਖਾਸਤ ਕਰਾਂਗਾ ਕਿ ਅਨਬਾਇਸਡ, ਮੈਨੂੰ ਇਹ ਲੱਗ ਰਿਹਾ ਹੈ ਕਿ ਤੁਹਾਨੂੰ ਇੱਕ ਬੜੀ ਖੌਫਨਾਕ ਔਰ ਦਰਦਨਾਕ ਕਿਸਮ ਦੀ ਸਟੋਰੀ ਸੁਣਾ ਦਿੱਤੀ ਗਈ ਹੈ। ਜਿਹੜੀ ਪਹਿਲੀ ਮੀਟਿੰਗ ਹੋਈ ਸੀ ਜਿਹਦੇ 'ਚ ਮੈਨੂੰ ਇਨਫੋਰਮ ਨਹੀਂ ਸੀ ਕੀਤਾ ਗਿਆ। ਹਾਂ, ਮੈਂ ਇਹ ਵੀ ਗਾਈਡਲਾਈਨ ਚਾਹਾਂਗਾ ਕਿ ਇੱਕ ਡਾਕਟਰ ਨੂੰ ਤੁਸੀਂ ਕਿਵੇਂ ਇਨਫੋਰਮ ਕਰਦੇ ਹੋ, ਕਿਉਂਕਿ ਮੈਨੂੰ ਇਨਫੋਰਮੇਸ਼ਨ ਪਹਿਲੀ ਡਿਸਪਲਿਨਰੀ ਕਮੇਟੀ ਦੀ ਨਹੀਂ ਹੋਈ। ਠੀਕ ਹੈ, ਤੁਸੀਂ ਕਿਉਂ ਨਹੀਂ ਅੱਜ ਕੱਲ੍ਹ ਦੇ ਦੌਰ 'ਚ ਈਮੇਲ ਯੂਜ਼ ਕਰਦੇ? ਮੈਂ ਇਹ ਵੀ ਚਾਹਾਂਗਾ ਕਿ ਮੈਨੂੰ ਦੱਸੋ ਤੁਸੀਂ ਕਿ ਕਿਉਂ ਨਹੀਂ ਮੈਨੂੰ ਈਮੇਲ, ਮੇਰੀ ਡਾਇਰੈਕਟ ਈਮੇਲ ਤੁਹਾਡੇ ਕੋਲ ਮੌਜੂਦ ਹੈ। ਤੁਸੀਂ ਮੈਨੂੰ ਸਵਾਏ ਇਹ 2 ਇੰਸੀਡੈਂਟਸ ਦੇ ਕਦੀ ਵੀ ਮੈਨੂੰ ਈਮੇਲ ਦਾ ਜਵਾਬ ਨਹੀਂ ਦਿੱਤਾ। ਠੀਕ ਹੈ, ਇਹਦੀ SOP ਬਣਾਓ ਕਿ ਡਾਕਟਰ ਨੂੰ ਕਿਵੇਂ ਤੁਸੀਂ ਇਨਫੋਰਮ ਕਰੋਗੇ। ਠੀਕ ਹੈ, ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਰਜ਼ਾ ਸਾਹਿਬ ਅਨਕੌਂਸ਼ੀਅਸਲੀ ਬਾਇਸਡ ਹੋ। ਆਈ ਐਮ ਵੈਰੀ ਸੌਰੀ ਟੂ ਸੇ, ਲੇਕਿਨ ਕਿਉਂਕਿ ਤੁਸੀਂ ਇੱਕ ਲਾਇਰ ਹੋ ਔਰ ਤੁਹਾਨੂੰ ਇੱਕ ਲਾਇਰ ਨੇ ਅਪਰੋਚ ਕੀਤਾ ਹੈ, ਔਰ ਮੇ ਬੀ ਆਫ ਦੀ ਰਿਕਾਰਡ ਬਹੁਤ ਜ਼ਿਆਦਾ ਲਾਇਰਸ ਦੇ ਗਰੁੱਪ ਨੇ ਤੁਹਾਨੂੰ ਇਨਫਲੂਐਂਸ ਕੀਤਾ ਹੋਵੇ, ਔਰ ਤੁਹਾਨੂੰ ਉਹਨਾਂ ਦੀ ਹੀ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ ਆਏ ਨੇ, ਔਰ ਤੁਸੀਂ ਮੈਨੂੰ ਕਿਉਂਕਿ ਨਾ ਤਾਂ ਪਰਸਨਲੀ ਮਿਲੇ ਹੋ ਅਤੇ ਨਾ। ਅੱਛਾ ਹਾਂ, ਇੱਕ ਹੋਰ ਗੱਲ, ਅਤੇ ਅਸੀਂ ਜਿੱਦਣ DC ਦੀ ਮੀਟਿੰਗ ਕੀਤੀ ਹੈ, ਮੈਂ ਤਾਂ ਤੁਹਾਨੂੰ ਪੂਰਾ ਨਜ਼ਰ ਆ ਰਿਹਾ ਸਾਂ, ਲੇਕਿਨ ਮੈਨੂੰ ਉਸ ਕਮਰੇ 'ਚ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਇੱਕ ਬਹੁਤ ਦੂਰੋਂ ਇੱਕ ਵਿਊ ਸੀ, ਅਤੇ ਮੈਨੂੰ ਨਹੀਂ ਪਤਾ ਮੈਂ ਕਿਹਦੇ ਨਾਲ ਗੱਲ ਕਰ ਰਿਹਾ, ਉਸ ਕਮਰੇ 'ਚ ਕੌਣ ਕੌਣ ਮੌਜੂਦ ਹੈ, ਉਹ ਮੇਰੇ ਐਕਸਪਰਟ ਸਭ ਮੌਜੂਦ ਸਨ ਕਿ ਨਹੀਂ ਸਨ ਮੌਜੂਦ। ਠੀਕ ਹੈ, ਮੈਨੂੰ ਉਹ ਸਾਰਾ ਇਨਫਾਰਮ ਕਰੋ। ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਇਹੋ ਜਿਹੀ ਕੋਈ ਐਕਸਪਲੇਨੇਸ਼ਨ ਜਾਂ ਮੀਟਿੰਗ ਜਾਂ ਇੰਟਰਵਿਊ ਹੁੰਦਾ ਹੈ, ਉਹ ਸਭ ਤੋਂ ਪਹਿਲੇ ਇਹ ਦੱਸਦੇ ਨੇ ਕਿ ਡਾਕਟਰ ਸਾਹਿਬ ਜਾਂ ਜੋ ਵੀ ਤੁਹਾਡੇ ਕਿ ਇਹ ਪੈਨਲ ਦੇ ਮੈਂਬਰਸ ਦੇ ਆਰ ਯੂ ਸੈਟਿਸਫਾਈਡ ਕਿ ਤੁਹਾਡਾ ਕੇਸ ਸੁਣ ਲੈਣ, ਕਿ ਕਿਤੇ ਇਹਨਾਂ ਦੇ ਵਿੱਚੋਂ ਕੋਈ ਐਸਾ ਬੰਦਾ ਤਾਂ ਨਹੀਂ ਜਿਹੜਾ ਤੁਹਾਡੇ ਨਾਲ ਪਰਸਨਲ ਗਰਜ ਰੱਖਦਾ, ਜਾਂ ਉਹ ਇਸ ਦਾ ਅਹਿਲ ਨਹੀਂ ਹੈ ਕਿ ਤੁਹਾਡਾ ਕੇਸ ਸੁਣ ਸਕੇ। ਮੈਂ ਤੁਹਾਨੂੰ ਫਿਰ ਕਹਾਂਗਾ ਕਿ ਤੁਸੀਂ ਇਸ ਕੇਸ ਨੂੰ ਸੁਣਨ ਦੇ ਅਹਿਲ ਨਹੀਂ ਸੋ, ਜਿਹੜੇ ਵੀ 3 ਮੈਂਬਰ ਨੇ। ਠੀਕ ਹੈ, ਇੱਕ ਲੀਗਲ ਹੈ, ਉਹ ਲੀਗਲ ਦਾ ਐਕਸਪਰਟ ਹੋ ਸਕਦਾ ਹੈ, ਲੇਕਿਨ ਮੈਡੀਕੋ ਲੀਗਲ ਦਾ ਐਕਸਪਰਟ ਨਹੀਂ ਹੋ ਸਕਦਾ। ਉਹ ਮੈਡੀਕਲ ਦੀ ਡੋਮੇਨ ਦੇ ਵਿੱਚ ਅਨਡਿਊ ਇੰਟਰਫੀਅਰ ਕਰ ਰਿਹਾ। ਠੀਕ ਹੈ, ਅਲੀ ਰਜ਼ਾ ਸਾਹਿਬ। ਦੂਸਰੇ ਜਿਹੜੇ ਵੀ ਨੇ, ਉਹ ਮੈਨੂੰ ਨਹੀਂ ਪਤਾ, ਉਹ ਲੋਇਆ ਸ਼ੋਇਆ ਸਾਹਿਬ ਅਤੇ ਆਪਣਾ ਉਹ ਜਿਹੜੀ ਕੀ ਨਾਮ ਹੈ ਡਾਕਟਰ ਸਾਹਿਬ, ਉਹਨਾਂ ਦਾ ਕੈਲੀਬਰ ਮੈਨੂੰ ਨਹੀਂ ਪਤਾ। ਇਹ ਇੱਕ ਹਾਈਲੀ ਸਪੈਸ਼ਲਾਈਜ਼ਡ ਕੇਸ ਹੈ। ਠੀਕ ਹੈ, ਇਹਨੂੰ ਇੱਕ ਹਾਈਲੀ ਸਪੈਸ਼ਲਾਈਜ਼ਡ ਫੋਰਮ ਮੈਡੀਕਲ ਦਾ ਜਿਹੜਾ ਉਹ ਸੁਣੇਗਾ ਅਤੇ ਡਿਸੀਜਨ ਕਰ ਸਕੇਗਾ। ਠੀਕ ਹੈ, ਅੱਛਾ, ਫਿਰ ਆਖਰ ਦੇ ਵਿੱਚ ਇੱਕ ਗੱਲ ਹੈ ਕਿ ਮੇਰੇ ਉੱਤੇ ਅੱਜ ਮਿਸਾਲ ਬੜੀ ਫਿੱਟ ਹੋ ਰਹੀ ਹੈ ਕਿ ਮੈਂ 100 ਗੰਢੇ ਵੀ ਖਾ ਲਏ ਨੇ, 100 ਛਿੱਤਰ ਵੀ ਖਾ ਲਏ ਨੇ, ਔਰ ਹੁਣ ਮੇਰੇ ਜ਼ਿਆਦਾਤਰ ਜਿਹੜੇ ਦੋਸਤ ਯਾਰ ਨੇ ਜਿਨ੍ਹਾਂ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ, ਅਤੇ ਮੇਰੇ ਇੱਕ ਬਹੁਤ ਪੁਰਾਣੇ ਮੈਂਟੋਰ ਜਿਹੜੇ ਨੇ, ਉਹਨਾਂ ਸਭ ਦਾ ਇਹ ਖਿਆਲ ਹੈ ਕਿ ਮੈਂ ਇਹਨੂੰ ਇੱਕ ਬੁਰਾ ਖ਼ਾਬ ਸਮਝਾਂ, ਅਤੇ ਕਿਉਂਕਿ ਇਹ ਸਜ਼ਾ 'ਤੇ ਕੱਟੀ ਗਈ ਹੈ ਅਤੇ ਮੈਂ ਚੁੱਪ ਕਰ ਜਾਵਾਂ। ਲੇਕਿਨ ਮੇਰੀ ਰੂਹ ਬੇਚੈਨ ਹੈ, ਮੈਂ ਰਾਤ ਨੂੰ ਸੌਂਦਾ ਹੈ, ਇਹ ਮੈਨੂੰ ਨਾ ਹੌਂਟ ਕਰਦਾ ਹੈ, ਇਹ ਜਿਹੜਾ ਕੇਸ ਹੈ ਮੇਰੇ ਖ਼ਾਬ 'ਚ ਆਉਂਦਾ ਹੈ। ਠੀਕ ਹੈ, ਮੇਰੀ ਜਿਹੜਾ ਮੈਂਟਲ ਜਿਹੜੀ ਐਨਰਜੀ ਹੈ ਉਹ ਬਜਾਏ ਕੋਈ ਪੋਜ਼ੀਟਿਵ ਰਿਸਰਚ ਦੇ ਉੱਤੇ ਯੂਜ਼ ਹੋਵੇ ਜਾਂ ਨਵੀਆਂ ਗੱਲਾਂ 'ਤੇ ਮੈਡੀਕਲ ਦਾ, ਮੈਂ ਇਹਦੇ ਵਿੱਚ ਲੱਗਾ ਰਹਿੰਦਾ। ਅਤੇ ਮੈਂ ਸਾਈਕੈਟਰਿਸਟ ਕੋਲ ਵੀ ਗਿਆ ਸਾਂ ਇਸ ਸਿਲਸਿਲੇ 'ਚ, ਅਤੇ ਉਹਨੇ ਮੈਨੂੰ ਇਹੋ ਹੀ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਨਾ ਜੋ ਤੁਹਾਡਾ ਦਿਲ ਕਰ ਰਿਹਾ ਹੈ ਕਿ ਤੁਸੀਂ ਅਗਰ ਇਹ ਟ੍ਰਾਈਬਿਊਨਲ 'ਚ ਜਾਂਦੇ ਹੋ ਤਾਂ ਬਿਲਕੁਲ ਜਾਓ, ਲੇਕਿਨ ਤੁਸੀਂ ਇਸੇ ਤਰ੍ਹਾਂ ਜਿਹੜੀ ਵੀਡੀਓ ਹੈ ਇਹਦੇ ਵਿੱਚ ਬਣਾ ਕੇ ਆਪਣੇ ਆਪ ਨੂੰ ਮੁਕੰਮਲ ਐਕਸਪ੍ਰੈਸ ਕਰੋ, ਤਾਂ ਕਿ ਤੁਸੀਂ ਵੈਂਟ ਆਊਟ ਕਰ ਸਕੋ ਆਪਣਾ ਜਿਹੜਾ ਤੁਹਾਡੇ ਅੰਦਰ ਜਿਹੜੀ ਉਹ ਫਰਸਟ੍ਰੇਸ਼ਨ ਔਰ ਗੁੱਸਾ ਐਂਗਰ ਹੈ, ਉਹਨੂੰ ਇੱਕ ਨਾਈਸਰ ਵੇ ਦੇ ਵਿੱਚ ਨਾ ਪ੍ਰੈਜ਼ੈਂਟ ਕਰ ਦੇਵੋ। ਅਤੇ ਜਾਂ ਤਾਂ ਉਹ ਵੀਡੀਓ ਬਣਾ ਕੇ ਡਿਲੀਟ ਕਰ ਦੇਣਾ ਅਤੇ ਜਾਂ ਸੈਂਡ ਕਰ ਦੇਣਾ। ਖੈਰ ਮੈਂ ਸੈਂਡ ਕਰਾਂਗਾ। ਠੀਕ ਹੈ, ਕਿਉਂਕਿ ਆਈ ਐਮ 100% ਸ਼ੋਰ ਕਿ ਮੈਂ ਗਿਲਟੀ ਨਹੀਂ ਹੈ, ਮੈਂ ਕ੍ਰਿਮੀਨਲ ਨਹੀਂ ਹੈ। ਠੀਕ ਹੈ, ਮੈਂ ਇਸ ਕੇਸ ਦੇ ਵਿੱਚ ਇਨੋਸੈਂਟ ਹੈ। ਅਗਰ ਇਹ ਰਿਕਾਰਡ ਜਿਹੜਾ ਹੈ ਮਿਸਪਲੇਸ ਹੋਇਆ, ਦੈਟ ਇਜ਼ ਸਰਕਮਸਟੈਂਸ਼ੀਅਲ, ਦੈਟ ਇਜ਼ ਬਿਕਾਜ਼ ਆਫ ਦੀ ਟਾਈਮ ਪੀਰੀਅਡ, ਟਾਈਮ ਗੈਪ ਐਂਡ ਮਾਈ ਇਮੀਗ੍ਰੇਸ਼ਨ ਟੂ ਅਦਰ ਕੰਟਰੀ, ਨਾਟ ਬਿਕਾਜ਼ ਕਿ ਮੈਂ ਉਹਦੇ 'ਚ ਨੈਗਲੀਜੈਂਟਸ ਹਾਂ। ਨਾ ਪੇਸ਼ੈਂਟ ਦੇ ਮਾਮਲੇ 'ਚ ਮੈਂ ਨੈਗਲੀਜੈਂਟਸ ਹਾਂ। ਮੈਂ ਤੁਹਾਨੂੰ ਇਹ ਦੱਸਾਂ ਕਿ ਜਦੋਂ ਇਹ ਪੇਸ਼ੈਂਟ ICU 'ਚ ਦਾਖਲ ਸੀ, ਇਹਦੀ ਜਿਹੜੀ 3rd ਜਨਰੇਸ਼ਨ ਇੰਜੈਕਸ਼ਨ ਸੀ, ਇਹ ਮੈਂ ਆਪਣੀ ਪੋਕਟ 'ਚੋਂ ਪਰਚੇਜ਼ ਕਰਕੇ ਲਿਆ ਕੇ ਇਹਨਾਂ ਨੂੰ ਦਿੰਦਾ ਰਿਹਾ। ਇਹ ਪੂਰੀ ਫੈਮਿਲੀ ਬੜੀ ਥੈਂਕਫੁਲ ਸੀ ਮੇਰੀ। ਮੈਂ ਇਹਨਾਂ ਨੂੰ ਐਕਸਪਲੇਨ ਕੀਤਾ ਸੀ ਕਿ ਜਨਾਬ ਇਹ ਤੁਹਾਡੇ ਵਾਲਾ ਸਭ ਕ੍ਰਿਟੀਕਲ ਹੈ, ਇਹਦੇ 'ਚ 50% ਮੋਰਟੈਲਿਟੀ ਹੈ, ਔਰ ਅਗਰ ਇਹ ਜ਼ਿੰਦਗੀ ਇਹਨਾਂ ਨੂੰ ਮਿਲ ਗਈ ਤਾਂ ਇਹਨਾਂ ਦੀ ਦੂਸਰੀ ਜ਼ਿੰਦਗੀ ਹੋਏਗੀ। ਔਰ ਖੁਦਾ ਦਾ ਮੇਰੇ 'ਤੇ ਕੋਈ ਖ਼ਾਸ ਕਰਮ ਹੋਇਆ ਸੀ ਕਿ ਉਹ ਵਾਕਈ ਠੀਕ ਹੋ ਗਿਆ ਸੀ ਪੇਸ਼ੈਂਟ, ਉਹ ਇਸ ਬੜੀ ਗ੍ਰੇਵ ਕੰਪਲੀਕੇਸ਼ਨ 'ਚੋਂ ਬਾਹਰ ਆ ਗਏ ਸਨ। ਠੀਕ ਹੈ, ਉਹਦੇ ਬਾਅਦ ਜਿਹੜਾ ਹੈ ਇਹ ਵੀ ਮੈਂ ਤੁਹਾਨੂੰ ਹੁਣ ਦੱਸ ਦੇਵਾਂ,
ਇਹ ਪੇਸ਼ੈਂਟ TB ਦੇ ਨਾਲ ਵੀ ਨਹੀਂ ਸੀ ਮੁਬਤਲਾ, ਜਿਹੜੀ ਇਹਨੂੰ ATT ਦਿੱਤੀ ਗਈ ਹੈ ਨਾ ਕੋਟ ਖਾਜਾ ਸਈਦ ਦੇ ਵਿੱਚ ਜਾਂ ਸ਼ੇਖ ਜ਼ੈਦ 'ਚ। ਇਹ ਪੇਸ਼ੈਂਟ ਨੂੰ ਹੋਇਆ ਸੀ, ਇਹ ਡਾਇਆਬੈਟਿਕਸ ਇਨਸੂਲਿਨ ਡਿਪੈਂਡੈਂਟ, ਇਹ ਉਹਦਾ ਇਲਾਜ ਨਹੀਂ ਕਰਾਉਂਦੇ ਰਹੇ। ਇਹਨਾਂ ਨੂੰ ਹੋਇਆ ਸੀ ਸਾਈਨਸਿਸ ਦਾ ਮਿਊਕੋਰ ਸੈਰੀਬਰੋਸਾਈਨੋਵਾਈਟਸ, ਉਹਦੇ ਲਈ ਕੋਈ ਇਹਨਾਂ ਦੀ ENT ਦੀ ਇੰਟਰਵੈਂਸ਼ਨ ਵੀ ਹੋਈ ਸੀ। ਇਹ ਉਹਨੂੰ ਲੁਕਾ ਰਹੇ ਨੇ, ਲੇਕਿਨ ਇਹਨਾਂ ਕਿਉਂਕਿ ਇਹ ਡਾਕਟਰ ਨਹੀਂ ਹੈ, ਇਹਨਾਂ ਨੇ ਗਲਤੀ ਦੇ ਨਾਲ ਇੱਕ MRI ਦੀ ਰਿਪੋਰਟ ਲਾ ਦਿੱਤੀ ਸੀ, ਜਿਹਦੇ ਵਿੱਚ ਮੈਂ ਜਾ ਕੇ ਦੇਖਿਆ ਅਤੇ ਉੱਥੇ ਮੈਨੂੰ ਪਤਾ ਚੱਲ ਗਿਆ ਕਿ ਦੂਜਾ ਐਵੇਂ ਕਿ ਇਹ ਕੋਟ ਖਾਜਾ ਸਈਦ ਦਾ ਰਿਕਾਰਡ ਇਹਨਾਂ ਨੇ ਗਾਇਬ ਕੀਤਾ, ਉਹਦੇ ਵਿੱਚ ਇਹ ਸਾਰਾ ਕੁਛ ਹੈ, ਠੀਕ ਹੈ। ਔਰ ਜਿਹੜਾ ਸ਼ੇਖ ਜ਼ੈਦ ਦਾ ਰਿਕਾਰਡ ਹੈ ਉਹਦੇ ਵਿੱਚ ਐਂਟੀ ਫੰਗਲ ਵੀ ਦਿੱਤੀ ਗਈ ਹੈ। ਤਦ ਜਾ ਕੇ ਮੈਂ ਜਦੋਂ ਦੇਖਿਆ ਤਾਂ ਪਤਾ ਚੱਲਿਆ ਕਿ ਗ੍ਰੀਨਿਸ਼ ਕਲਰ ਡਿਸਚਾਰਜ ਸੀ ਉਹਦੇ ਨੱਕ 'ਚੋਂ, ਅਤੇ ਉਹਦੀ ਇੱਕ ਆਈ ਵੀ ਜਿਹੜੀ ਹੈ ਉਹਦਾ ਅਪਥਲਮੋਸ ਸੀ, ਅਤੇ ਇਹਨੂੰ ਮਿਊਕੋਰ ਮਾਈਕੋਸਿਸ ਸੈਰੀਬਰੋਸਾਈਨੋਵਾਈਟਸ ਹੋਇਆ ਸੀ, ਠੀਕ ਹੈ। ਇਸ ਕੇਸ ਨੂੰ ਇਹ ਮਿਊਕੋਰ ਮਾਈਕੋਸਿਸ ਸੈਰੀਬਰੋਸਾਈਨੋਵਾਈਟਸ ਇਹ ਹੁਣ ਅਲੀ ਰਜ਼ਾ ਸਾਹਿਬ ਤੁਹਾਡੇ ਇੱਥੋਂ ਗੁਜ਼ਰ ਜਾਣਾ, ਠੀਕ ਹੈ। ਅਤੇ ਖੁਦਾ ਦਾ ਵਾਸਤਾ ਤੁਹਾਨੂੰ ਅੱਲਾਹ ਤਾਲਾ ਨੇ ਬੜੀ ਇੱਜ਼ਤ ਔਰ ਮਰਤਬਾ ਦਿੱਤਾ, ਤੁਸੀਂ ਬਹੁਤ ਅੱਛੇ, ਬਹੁਤ ਆਲਾ, ਬਹੁਤ ਅਜ਼ੀਮ ਐਡਵੋਕੇਟ ਹੋ, ਬਟ ਯੂ ਆਰ ਨਾਟ ਅ ਡਾਕਟਰ। You can handle legal cases excellently, but not the medical legal cases. Be honest, have a good insight in your behavior and into your knowledge. ठीक है? Review this case with 2 or 3 experts of medical sciences. ठीक है? General surgeon or urologist, and be unbiased. ठीक है? And learn from this case. I also learn from this case. ठीक है? You also learn from this. Paid SOPs and guidelines for the next generation. ठीक है? Be positive. ਮੇਰੀਆਂ ਗੱਲਾਂ ਅਗਰ ਬੁਰੀਆਂ ਲੱਗੀਆਂ ਮੈਂ ਫਿਰ ਇੱਕ ਦਫਾ ਮਾਫੀ ਮੰਗਦੇ ਹਾਂ। ਹੱਥ ਨਹੀਂ ਮੈਂ ਜੋੜ ਸਕਦਾ ਕਿਉਂਕਿ ਮੇਰੇ ਦੂਜੇ ਹੱਥ ਦੇ ਵਿੱਚ ਮੋਬਾਈਲ ਹੈ, ਅਤੇ ਟੇਕ ਇਟ ਪੋਜ਼ੀਟਿਵ ਐਂਡ ਆਈ ਵਿਲ ਟਰਾਈ ਕਿ ਇਹ ਜਿਹੜਾ ਅਗਲੀ ਸਕਾਰ ਮੇਰੀ ਰੂਹ ਦੇ ਉੱਤੇ ਲੱਗ ਗਿਆ, ਮੇਰੇ ਕਰੈਕਟਰ 'ਤੇ ਲੱਗ ਗਿਆ, ਮੈਂ ਇਸ ਨੂੰ ਵਾਸ਼ ਕਰਾਂ। ਮੈਂ ਤਾਂ ਲੱਗਾ ਰਹਾਂਗਾ, ਠੀਕ ਹੈ। ਮੈਂ ਨਹੀਂ ਪਾਸ ਆਵਾਂਗਾ ਚਾਹੇ ਮੇਰਾ ਮਜ਼ੀਦ ਨੁਕਸਾਨ ਹੋ ਜਾਏ। ਮੈਂ 100 ਗੰਢੇ ਖਾ ਲਏ, 100 ਛਿੱਤਰ ਵੀ ਖਾ ਲਏ ਨੇ। ਹੁਣ ਅਗਰ ਤੁਸੀਂ ਮੈਨੂੰ ਕੀ ਨਾਮ ਹੈ ਕੋਈ ਸਜ਼ਾਏ ਮੌਤ ਦੇਣਾ ਚਾਹੁੰਦੇ ਹੋ ਤਾਂ ਮੈਂ ਉਹਦੇ ਲਈ ਵੀ ਹਾਜ਼ਰ ਹਾਂ, ਠੀਕ ਹੈ। ਕਿਉਂਕਿ ਆਈ ਸਟਰੋਂਗਲੀ ਬਿਲੀਵ ਇਨ ਗॉड ਕਿ ਅੱਲਾਹ ਤਾਲਾ ਨੇ ਮੇਰੇ ਉੱਤੇ ਬਹੁਤ ਬਲੈਸਿੰਗਸ ਨੇ, ਔਰ ਮੇਰਾ ਅੱਜ ਤੱਕ ਤੇ ਨੁਕਸਾਨ ਨਹੀਂ ਹੋਇਆ। ਇਸ ਮਾਮਲੇ 'ਚ ਵੀ ਕੋਈ ਨਾ ਕੋਈ फ़ायदे ਵਾਲੀ ਗੱਲ ਹੈ, ਔਰ ਉਹ ਹੈ ਕਿਉਂਕਿ ਮੇਰੇ 'ਚ ਉਹ ਕੌਨਫੀਡੈਂਸ ਜਾਂ ਉਹ ਕਮਿਊਨੀਕੇਸ਼ਨ ਸਕਿੱਲਸ ਜਾਂ ਮੇਰੇ ਬ੍ਰੇਨ ਦੀ ਉਹ ਪੜ੍ਹਨ ਦੀ ਔਰ ਸਮਝਣ ਦੀ ਸਲਾਹੀਅਤ ਇੰਨੀ ਪਹਿਲੇ ਬਿਹਤਰ ਨਹੀਂ ਸੀ ਜਿੰਨਾ ਇਸ 2 to 3 years ਦੇ ਵਿੱਚ ਹੋਇਆ ਮੈਂ, ठीक है। आई एम टेकिंग इट पॉजिटिवली, यू आल्सो टेक इट पॉजिटिवली, ठीक है। लर्न हाउ टू बिहेव विद पीपल एंड हाउ टू हैंडल मेडिको लीगल केसेस एंड डोंट थिंक दैट यू आर अ सोल ब्रेन, ठीक है। तुसी अगले कुल नहीं हो, ठीक है। ਇੱਥੇ ਗੋਰੇ ਜਿਹੜੇ ਨੇ ਇਹਨਾਂ ਦਾ ਮਲਟੀ ਡਿਸਿਪਲਿਨਰੀ ਟੀਮ ਦਾ ਕਨਸੈਪਟ ਹੈ। ਇਹਨਾਂ ਨੂੰ ਪਤਾ ਹੈ ਕਿ ਇੱਕ ਬੰਦਾ ਜਿਹੜਾ ਹੈ ਉਹ ਹਰ ਕੰਮ ਨਹੀਂ ਕਰ ਸਕਦਾ, ਇਹ ਟੀਮ ਵਰਕ ਕਰਦੇ ਨੇ, ਠੀਕ ਹੈ। ਔਰ ਇਹ ਉਹਨਾਂ ਹੀ ਬੰਦਿਆਂ ਨੂੰ ਲੈਂਦੇ ਨੇ ਜਿਹੜੇ ਟੀਮ ਦੇ ਅੰਦਰ ਰਹਿ ਕੇ ਕੰਮ ਅੱਛਾ ਕਰ ਸਕਦੇ ਨੇ, ਠੀਕ ਹੈ। ਅਤੇ ਮੈਂ ਤੁਹਾਨੂੰ ਇਹ ਕਹਾਂਗਾ ਕਿ PMDC ਦੀ ਜਾਂ PMC ਜੋ ਵੀ ਤੁਹਾਨੂੰ ਅੱਲਾਹ ਤਾਲਾ ਨੇ ਮੌਕਾ ਦੇ ਦਿੱਤਾ ਹੈ, ਇਹ ਅੱਛੇ ਮਰਤਬੇ ਅੱਛੇ ਇੱਜ਼ਤ ਵਾਲੇ ਮੁਕਾਮਾਤ 'ਤੇ ਦੇ ਦਿੱਤਾ ਹੈ, ਅਤੇ ਇਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ, ਟੀਮ ਡਿਵੈਲਪ ਕਰੋ। ਮੇਰਾ ਇਹ ਕੇਸ ਤੋਂ ਮੇਰੀ ਜਾਨ ਛੁੱਟ ਜਾਏ ਅਤੇ ਮੈਂ ਬੜੀਆਂ ਆਲਾ ਕਿਸਮ ਦੀਆਂ ਸੁਜੈਸ਼ਨਸ ਤੁਹਾਨੂੰ ਦੇਵਾਂਗਾ ਹਾਊ ਟੂ ਇੰਪਰੂਵ ਦੀ ਮੈਡੀਕਲ ਫੀਲਡ। ਮੈਂ ਪਹਿਲੇ ਇਸ ਕੇਸ ਤੋਂ ਪਹਿਲੇ ਮੈਂ ਉਹਨਾਂ ਨੂੰ ਭੇਜਦਾ ਰਿਹਾ ਆਪਣਾ ਕੀ ਨਾਮ ਹੈ ਮੁਹਤਰਮਾ ਨੂੰ, ਯਾਸਮੀਨ ਰਾਸ਼ਦ ਸਾਹਿਬਾ ਨੂੰ, ਮੈਨੂੰ ਪਰਸਨਲੀ ਜਾਣਦੀ ਹੈ, ਠੀਕ ਹੈ। ਅਤੇ ਮੁਹਤਰਮ ਯਾਸਮੀਨ ਰਾਸ਼ਦ ਸਾਹਿਬਾ ਕਿਉਂਕਿ ਹੁਣ ਉਹ ਪੋਲੀਟੀਸ਼ੀਅਨ ਹੋ ਗਈਆਂ ਅਤੇ ਉਹਨਾਂ ਨੇ ਉਹਨਾਂ ਨੂੰ ਇਗਨੋਰ ਕੀਤਾ, ਵਰਨਾ ਮੈਂ ਬੜੀਆਂ ਪਿਆਰੀਆਂ ਵੀਡੀਓ ਬਣਾ ਕੇ ਉਹਨਾਂ ਨੂੰ ਭੇਜੀਆਂ ਸੀ ਕਿ ਹਾਊ ਵੀ ਕੈਨ ਇੰਪਰੂਵ ਦੀ ਮੈਡੀਕਲ ਫੀਲਡ, ਠੀਕ ਹੈ। ਅਤੇ ਕਿਸ ਤਰ੍ਹਾਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜ਼ਿਆਦਾ ਸਕਿਲਡ ਔਰ ਜ਼ਿਆਦਾ ਅੱਛਾ ਕਰ ਸਕਦੇ ਹਾਂ, ਠੀਕ ਹੈ। ओके, खुदा हाफिज़, टेक केयर।